ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀਓ, ਆਪ ਸਾਰਿਆਂ ਨੂੰ ਸਿੱਖ ਮਿਸ਼ਨਰੀ ਕਾਲਜ ਵੱਲੋਂ ਚੱਲ ਰਹੀ ਇਸ ਗੁਰਮਤਿ ਕਲਾਸ ਵਿੱਚ ਜੀ ਆਇਆਂ। ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਨਾਲ ਅਸੀਂ ਰੱਬੀ ਬਾਣੀ ਦੀ ਲੜੀਵਾਰ ਵਿਚਾਰ ਕਰ ਰਹੇ ਹਾਂ। ਰਾਮਕਲੀ ਰਾਗ ਵਿੱਚ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਪਵਿੱਤਰ ਰਚਨਾ ਆਨੰਦ, ਜਿਸ ਨੂੰ ਅਸੀਂ ਸਤਿਕਾਰ ਨਾਲ ਆਨੰਦ ਸਾਹਿਬ ਆਖਦੇ ਹਾਂ, ਇਸ ਬਾਣੀ ਦੀ ਲੜੀਵਾਰ ਵਿਚਾਰ ਅਸੀਂ ਕਰ ਰਹੇ ਹਾਂ। 35 ਪੌੜੀਆਂ ਦੀ ਵਿਚਾਰ ਅਸੀਂ ਕਰ ਚੁੱਕੇ ਹਾਂ। ਅੱਜ 36ਵੀਂ ਪੌੜੀ ਤੋਂ ਵਿਚਾਰ ਆਰੰਭ ਹੋਏਗੀ। ਇਹ ਵਿਚਾਰ ਦੀ ਸੇਵਾ ਵੀਰ ਪ੍ਰਭ ਕੀਰਤਨ ਸਿੰਘ ਜੀ ਕਰ ਰਹੇ ਹਨ। ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਅੱਜ ਅਗਲੀ ਵਿਚਾਰ ਆਰੰਭ ਕੀਤੀ ਜਾਏ। ਵੀਰ ਪ੍ਰਭ ਕੀਰਤਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜਿਵੇਂ ਕਿ ਸਤਿਕਾਰਯੋਗ ਵੀਰ ਜੀ ਨੇ ਦੱਸਿਆ ਹੈ ਕਿ ਆਨੰਦ ਸਾਹਿਬ ਜੀ ਦੀ ਅੱਜ 36ਵੀਂ ਪੌੜੀ ਦੀ ਵਿਚਾਰ ਆਪਾਂ ਕਰਨੀ ਹੈ। ਆਓ ਸਭ ਤੋਂ ਪਹਿਲਾਂ ਇਹ ਪੌੜੀ ਜਿਹੜੀ ਕਿ ਆਰੰਭ ਹੋ ਰਹੀ ਹੈ ਇਸ ਪੰਕਤੀ ਤੋਂ, ਇਹ ਨੇਤਰੋ ਮੇਰਿਓ, ਉਸ ਦਾ ਆਪਾਂ ਇੱਕ ਵਾਰ ਪਾਠ ਕਰ ਲਈਏ ਜੀ। ਏ ਨੇਤਰੋ ਮੇਰਿਓ ਹਰ ਤੁਮੈ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰ ਪ੍ਰਸਾਦੀ ਬੁਝਿਆ, ਜਾਂ ਵੇਖਾਂ ਹਰ ਇੱਕ ਹੈ, ਹਰ ਬਿਨ ਅਵਰ ਨ ਕੋਈ, ਕਹੈ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਵਿਸ਼ਾ ਇਸ ਬਾਣੀ ਦਾ ਸ਼ੁਰੂ ਤੋਂ ਹੀ ਇਹ ਚੱਲਦਾ ਆ ਰਿਹਾ ਹੈ ਕਿ ਆਨੰਦ ਦੀ ਪ੍ਰਾਪਤੀ ਅਸੀਂ ਕਿਵੇਂ ਕਰਨੀ ਹੈ। ਇਹਦੇ ਸਤਿਗੁਰੂ ਸਾਨੂੰ ਬਾਰ-ਬਾਰ ਆਨੰਦ ਦੇ ਹਰ ਪੱਖ ਦੀ ਜੋ ਸਿੱਖਿਆ ਹੈ ਉਹ ਦੇ ਰਹੇ ਹਨ, ਸਮਝਾ ਰਹੇ ਹਨ ਕਿ ਆਨੰਦ ਦੀ ਪ੍ਰਾਪਤੀ ਜਿਹੜੀ ਹੈ ਉਹ ਕਿਸ ਤਰ੍ਹਾਂ ਹੋਵੇ, ਸਾਨੂੰ ਕੀ ਕਰਨਾ ਚਾਹੀਦਾ ਹੈ, ਆਪਣੇ ਜੀਵਨ ਵਿੱਚ ਕੀ ਤਬਦੀਲੀਆਂ ਕਰਨੀਆਂ ਚਾਹੀਦੀਆਂ। ਸਤਿਗੁਰੂ ਕਹਿੰਦੇ ਹਨ ਕਿ ਜਦੋਂ ਅਸੀਂ ਇਹ ਸੋਚ ਲੈਂਦੇ ਹਾਂ ਕਿ ਕੁਝ ਧਰਮ ਕਰਮ ਕਰਕੇ ਜਾਂ ਆਪਣੇ ਨਿੱਜ ਦੇ ਉੱਤੇ ਫੋਕਸ ਕਰਕੇ ਅਸੀਂ ਕੁਝ ਐਸੇ ਕੰਮ ਕਰਦੇ ਹਾਂ, ਜਿਵੇਂ ਕਿ ਸਾਡੇ ਭਾਰਤੀ ਸਭਿਅਤਾ ਦੇ ਵਿੱਚ, ਭਾਰਤੀ ਫਲਸਫੇ ਦੇ ਵਿੱਚ ਇਹ ਗੱਲ ਆਮ ਪ੍ਰਵਾਨਿਤ ਸੀ ਕਿ ਆਪਣੇ ਵਾਸਤੇ, ਆਪਣੀ ਮੁਕਤੀ ਵਾਸਤੇ, ਜਿਹੜੀ ਸਾਡੀ ਸੈਲਵੇਸ਼ਨ ਹੈ, ਅੰਤਮ ਮੰਜ਼ਿਲ ਜਿੱਥੇ ਅਸੀਂ ਪਹੁੰਚਣਾ ਹੈ, ਉਹਦੇ ਵਾਸਤੇ ਉਹ ਯਤਨ ਕਰਨਾ ਉਹ ਸਾਡਾ ਆਪਣਾ ਕੰਮ ਹੈ। ਉਹਦੇ ਵਿੱਚ ਇਸ ਜਗਤ ਦੇ ਨਾਲ ਜੋ ਸਾਡਾ ਸੰਬੰਧ ਹੈ ਉਹਦਾ ਕੋਈ ਲੰਬਾ ਚੌੜਾ ਹਿੱਸਾ ਨਹੀਂ ਹੈ, ਬਲਕਿ ਜਗਤ ਨੂੰ ਰੁਕਾਵਟ ਮੰਨਿਆ ਗਿਆ। ਇਸੇ ਕਰਕੇ ਹੀ ਜਗਤ ਨੂੰ ਛੱਡ ਕੇ ਬਾਹਰ ਜਾਣ ਦਾ ਜੋ ਹੈ ਉਹ ਚਲਨ ਹੋਇਆ ਸ਼ੁਰੂ, ਤੇ ਤਕਰੀਬਨ ਸਾਰੇ ਭਾਰਤੀ ਧਰਮਾਂ ਦੇ ਵਿੱਚ ਇਸ ਗੱਲ ਨੂੰ ਪ੍ਰਵਾਨ ਕੀਤਾ ਹੈ।
ਪਰ ਸਤਿਗੁਰੂ ਜੀ ਸਾਨੂੰ ਇੱਥੇ ਕਹਿ ਰਹੇ ਹਨ ਕਿ ਉੱਥੇ ਉਹਨਾਂ ਦਾ ਸਿਸਟਮ ਇਹ ਸੀ ਕਿ ਹਰ ਧਰਮ ਦੇ ਕੁਝ ਆਪਣੇ ਨਿਯਮ ਤੇ ਕਰਮ ਸਨ, ਕੋਈ ਤਪੱਸਿਆ ਦੇ ਵਿੱਚ, ਕੋਈ ਵਰਤਾਂ ਦੇ ਵਿੱਚ, ਕੋਈ ਕਰਮ ਕਾਂਡ। ਗੱਲ ਕੀ ਹਰੇਕ ਨੇ ਆਪਣੇ ਨਿਯਮ ਬਣਾ ਦਿੱਤੇ ਜਿਹੜੇ ਕਿ ਮੁੱਖ ਤੌਰ ਦੇ ਉੱਤੇ ਧਾਰਮਿਕ ਨਿਯਮ ਹੀ ਸਨ। ਉਹ ਧਰਮ ਦੇ ਨਿਯਮ ਹਨ, ਧਰਮ ਦੇ ਕਰਮ ਹਨ, ਗਿਆਨ ਪ੍ਰਾਪਤੀ ਹੈ, ਮਨ ਨੂੰ ਸਾਧਨ ਦੀ ਗੱਲ ਹੈ। ਉੱਥੇ ਤੱਕ ਫੋਕਸ ਹੋ ਕੇ ਉਹ ਰਹਿ ਗਏ ਕਿ ਮਨ ਨੂੰ ਮੈਂ ਕਿਸ ਤਰ੍ਹਾਂ ਆਮ ਬੰਦਿਆਂ ਦੇ ਜੀਵਨ ਨਾਲੋਂ ਉੱਪਰ ਚੁੱਕਣ ਦੇ ਵਾਸਤੇ ਮੈਨੂੰ ਕੀ ਘਾਲਣਾ ਕਰਨੀ ਹੈ। ਪਰ ਚੁੱਕਿ ਉਹ ਸਮਾਜ ਦੇ ਜੀਵਨ ਤੋਂ ਦੂਰ ਹੋ ਜਾਂਦੇ ਸਨ। ਇਸ ਕਰਕੇ ਅਮਲੀ ਜੀਵਨ ਦੇ ਵਿੱਚ ਸਾਡੇ ਕੀ ਤਬਦੀਲੀ ਹੋਣੀ ਚਾਹੀਦੀ ਹੈ, ਇਹਦੇ ਨਾਲ ਉਹਨਾਂ ਦਾ ਕੋਈ ਬਹੁਤਾ ਸਰੋਕਾਰ ਨਹੀਂ। ਇੱਕ ਤਪਸਵੀ ਜਿਹੜਾ ਜਗਤ ਨੂੰ ਛੱਡ ਕੇ ਜੰਗਲ ਦੇ ਵਿੱਚ ਕਿਤੇ ਗੁਫਾਵਾਂ ਦੇ ਵਿੱਚ ਜਾਂ ਝੁੱਗੀਆਂ ਦੇ ਵਿੱਚ ਬੈਠਾ ਹੈ, ਉਹਦਾ ਬਾਕੀ ਜਗਤ ਦੇ ਵਿੱਚ ਉਹਦਾ ਕੀ ਵਰਤਾਰਾ ਹੋ ਸਕਦਾ ਹੈ, ਜਾਂ ਉਹਦੇ ਵਰਤਾਰੇ ਤੋਂ ਸਾਨੂੰ ਕੀ ਪਤਾ ਲੱਗਦਾ ਹੈ, ਜਾਂ ਵਰਤਾਰੇ ਦੇ ਬਲ ਦੇ ਉੱਤੇ ਜੀਵਨ ਨੂੰ ਸੁਧਾਰਨਾ, ਉਹ ਸਾਰੀਆਂ ਗੱਲਾਂ ਦਾ ਕੋਈ ਆਧਾਰ ਨਹੀਂ ਰਹਿ ਜਾਂਦਾ ਸੀ। ਪਰ ਗੁਰਮਤਿ ਚੁੱਕੇ ਇੱਕ ਗ੍ਰਸਤੀਆਂ ਦਾ ਸੰਸਾਰਕ ਜੀਵਨ ਜੀਣ ਵਾਲਿਆਂ ਦਾ ਧਰਮ ਹੈ। ਇਸ ਕਰਕੇ ਸਤਿਗੁਰੂ ਜੀ ਨੇ ਸਾਨੂੰ ਉਸ ਪੱਖ ਦੇ ਉੱਤੇ ਵੀ ਨਾਲ-ਨਾਲ ਸਮਝਾਇਆ ਹੈ ਕਿ ਜਦੋਂ ਤੱਕ ਸਾਡਾ ਅਮਲੀ ਜੀਵਨ, ਸੰਸਾਰਕ ਜੀਵਨ, ਉਹ ਵੀ ਐਸਾ ਨਹੀਂ ਬਣ ਜਾਂਦਾ ਜਿਹਦੇ ਨਾਲ ਸਾਨੂੰ ਆਨੰਦ ਦੀ ਪ੍ਰਾਪਤੀ ਦੇ ਵਿੱਚ ਮਦਦ ਹੋਵੇ, ਜਾਂ ਇਉਂ ਕਹਿ ਲਈਏ ਕਿ ਉਹ ਵੀ ਸਾਡੇ ਆਨੰਦ ਦੀ ਪ੍ਰਾਪਤੀ ਦਾ ਰਸਤੇ ਦਾ ਸਾਡਾ ਸਹਾਇਕ ਨਹੀਂ ਬਣ ਜਾਂਦਾ, ਉਸੇ ਰਸਤੇ ਦਾ ਹਿੱਸਾ ਨਹੀਂ ਬਣ ਜਾਂਦਾ, ਉਦੋਂ ਤੱਕ ਜਿਹੜੇ ਬਾਕੀ ਯਤਨ ਹਨ ਉਹ ਅਧੂਰੇ ਹੀ ਹਨ, ਉਹ ਸਾਨੂੰ ਕਿਤੇ ਨਹੀਂ ਲਿਜਾਣਗੇ। ਇਹ ਗੁਰਮਤਿ ਦਾ ਸਿਧਾਂਤ ਹੈ, ਕਿਉਂਕਿ ਅਖੀਰ ਦੇ ਉੱਤੇ ਜਿਹੜੀ ਕਸਵੱਟੀ ਹੈ ਉਹ ਸਾਡੇ ਅਮਲੀ ਜੀਵਨ ਦੀ ਹੈ। ਹੁਣ ਇਹ ਅਗਲੀਆਂ ਜੋ 2 ਪੌੜੀਆਂ ਦੀ ਅੱਜ ਵਿਚਾਰ ਕਰਨੀ ਹੈ, ਉਹਨਾਂ ਦੇ ਵਿੱਚ ਸਤਿਗੁਰੂ ਜੀ ਨੇ ਕੀਤੀ ਤਾਂ ਗੱਲ ਮਨ ਦੀ ਹੈ, ਪਰ ਨਾਲ ਹੀ ਸਾਡੇ ਅਮਲੀ ਜੀਵਨ ਨੂੰ ਆਧਾਰ ਬਣਾ ਕੇ ਸਾਰੀ ਗੱਲ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਕਿਉਂਕਿ ਅਸੀਂ ਰਹਿਣਾ ਸੰਸਾਰ ਦੇ ਵਿੱਚ ਹੈ, ਗ੍ਰਸਤ ਦੇ ਵਿੱਚ ਹੈ, ਔਰ ਸੰਸਾਰ ਦੇ ਨਾਲ ਸਾਡੇ ਤਲਕਾਤ ਕੀ ਹੋਣੇ ਹਨ, ਸੰਸਾਰ ਨਾਲ ਸਾਡੀ ਡੀਲਿੰਗ, ਪਰਿਵਾਰ ਦੇ ਨਾਲ, ਸਮਾਜ ਨਾਲ, ਆਂਢ ਗੁਆਂਢ ਨਾਲ, ਦੇਸ਼ ਨਾਲ, ਜਗਤ ਨਾਲ, ਸਾਨੂੰ ਅਸੀਂ ਕਿਸ ਤਰ੍ਹਾਂ ਜੀਉਣਾ ਹੈ, ਉਸ ਤੋਂ ਹੀ ਪਤਾ ਲੱਗਣਾ ਹੈ ਕਿ ਕੀ ਅਸੀਂ ਆਪਣੇ ਅੰਤਮ ਮੰਜ਼ਿਲ ਤੱਕ, ਜਿਹਨੂੰ ਇੱਥੇ ਸਤਿਗੁਰੂ ਜੀ ਨੇ ਆਨੰਦ ਦਾ ਨਾਮ ਦਿੱਤਾ ਹੈ, ਉੱਥੇ ਤੱਕ ਪ੍ਰਾਪਤੀ ਤੱਕ ਅਸੀਂ ਪਹੁੰਚੇ ਹਾਂ, ਨਹੀਂ ਪਹੁੰਚੇ, ਉਸ ਰਸਤੇ ਤੇ ਠੀਕ ਰਸਤੇ ਤੇ ਤੁਰ ਰਹੇ ਹਾਂ, ਨਹੀਂ ਤੁਰ ਰਹੇ। ਹਾਂ, ਇਹ ਠੀਕ ਹੈ ਕਿ ਅਲਟੀਮੇਟਲੀ ਜਦੋਂ ਅਸੀਂ ਸੋਚੀਏ ਤਾਂ ਗੱਲ ਤਾਂ ਮਨ ਤੇ ਹੀ ਜਾ ਕੇ ਨਿਬੜਦੀ ਹੈ। ਉਤੋਂ ਪਰ ਸਤਿਗੁਰੂ ਜੀ ਨੇ ਜੋ ਸਾਨੂੰ ਉਦਾਹਰਨਾਂ ਦਿੱਤੀਆਂ ਹਨ, ਜਿਸ ਢੰਗ ਨਾਲ ਸਮਝਾਇਆ ਹੈ ਇਸ ਪੌੜੀ ਦੇ ਵਿੱਚ ਵੀ, ਉਹ ਸਾਨੂੰ ਇਹੀ ਸਮਝਾਉਂਦਾ ਹੈ ਕਿ ਸਾਡਾ ਅਮਲੀ ਜੀਵਨ ਜੋ ਹੈ ਉਹਦੇ ਵਿੱਚ ਤਬਦੀਲੀ ਆਣੀ ਜ਼ਰੂਰੀ ਹੈ। ਸਤਿਗੁਰੂ ਜੀ ਕਹਿ ਰਹੇ ਹਨ ਕਿ ਇਹ ਨੇਤਰੋ ਮੇਰਿਓ, ਇਹ ਮੇਰੇ ਨੇਤਰੋ, ਮੇਰੀਆਂ ਅੱਖੀਆਂ ਜਿਹੜੀਆਂ ਹਨ, ਉਹਨਾਂ ਨੂੰ ਕਹਿ ਰਹੇ ਹਨ ਕਿ ਹੇ ਮੇਰੇ ਨੇਤਰੋ, ਹਰ ਤੁਮੈ ਜੋਤ ਧਰੀ। ਜੋਤ ਕਹਿੰਦੇ ਹਨ ਰੋਸ਼ਨੀ ਨੂੰ, ਜਿਵੇਂ ਦੀਵੇ ਦੀ ਜੋਤ ਹੁੰਦੀ ਹੈ। ਅਸੀਂ ਵੀ ਇਹ ਕਹਿੰਦੇ ਹਾਂ ਕਿ ਸਾਡੇ ਅੰਦਰ ਵੀ ਉਸ ਪ੍ਰਭੂ ਨੇ ਆਪਣੀ ਜੋਤ ਰੱਖੀ ਹੈ। ਸਾਡਾ ਜੀਵਨ ਉਸੇ ਦੇ ਉੱਤੇ ਹੀ ਨਿਰਭਰ ਕਰਦਾ ਹੈ। ਤੇ ਸਤਿਗੁਰੂ ਅੱਖਾਂ ਨੂੰ ਕਹਿ ਰਹੇ ਹਨ ਕਿ ਤੇਰੀਆਂ ਅੱਖਾਂ ਦੇ ਵਿੱਚ ਵੀ, ਅਸੀਂ ਕਹਿੰਦੇ ਹਾਂ ਜਦੋਂ ਨਜ਼ਰ ਆਉਣ ਵਾਲੀ ਗੱਲ ਹੁੰਦੀ ਹੈ, ਜਿਹਦੇ ਵਿੱਚ ਉਹ ਐਬਿਲਿਟੀ ਹੁੰਦੀ ਹੈ ਕਿ ਦੇਖ ਸਕੇ, ਤੇ ਕਹਿੰਦੇ ਇਹਦੇ 'ਚ ਜੋਤ ਹੈ। ਤੇ ਜਦੋਂ ਉਹ ਐਬਿਲਿਟੀ, ਉਹ ਸਮਰੱਥਾ ਖਤਮ ਹੋ ਜਾਂਦੀ, ਕਹਿੰਦੇ ਕਿ ਇਹਦੀ ਜੋਤ ਚਲੀ ਗਈ ਹੈ। ਤੋ ਇਹਨੂੰ 2 ਅਰਥਾਂ ਨਾਲ ਅਸੀਂ ਦੇਖ ਸਕਦੇ ਹਾਂ ਕਿ ਸਤਿਗੁਰੂ ਜੀ ਕਹਿ ਰਹੇ ਹਨ ਕਿ ਤੇਰੇ ਅੰਦਰ ਜੋ ਰੋਸ਼ਨੀ, ਜੋ ਜੋਤ ਰੱਖੀ ਹੈ, ਜੋ ਤੇਰੀ ਦੇਖਣ ਦੀ ਸ਼ਕਤੀ ਰੱਖੀ ਹੈ, ਉਹ ਹਰ ਨੇ ਰੱਖੀ ਹੈ, ਹਰੀ ਨੇ ਰੱਖੀ ਹੈ। ਹਰ ਤੁਮੈ ਜੋਤ ਧਰੀ, ਹੇ ਮੇਰੀ ਅੱਖੋ, ਤੁਹਾਡੇ ਅੰਦਰ ਦੇਖਣ ਦੀ ਸ਼ਕਤੀ, ਜਿਹਨੂੰ ਅਸੀਂ ਜੋਤ ਕਹਿੰਦੇ ਹਨ, ਉਹ ਅਕਾਲ ਪੁਰਖ ਵਾਹਿਗੁਰੂ ਨੇ ਤੁਹਾਡੇ ਅੰਦਰ ਰੱਖੀ ਹੈ, ਤਾਂ ਹੀ ਤੁਸੀਂ ਦੇਖਣ ਜੋਗੀਆਂ। ਤਾਂ ਫਿਰ ਹਰ ਬਿਨ ਅਵਰ ਨਾ ਦੇਖੋ। ਤੁਸੀਂ ਜਿੱਧਰ ਵੀ ਤੱਕੋ, ਜਿੱਧਰ ਵੀ ਦੇਖੋ, ਜਿਸ ਚੀਜ਼ ਜਾਂ ਜਿਸ ਬੰਦੇ, ਜਿਸ ਵਿਅਕਤੀ ਨੂੰ ਦੇਖੋ, ਉਹਦੇ ਅੰਦਰੋਂ ਪ੍ਰਭੂ ਦਾ ਹੀ ਦੀਦਾਰ ਕਰੋ, ਉਸ ਤੋਂ ਇਲਾਵਾ ਕੁਝ ਨਾ ਦੇਖੋ। ਜਦੋਂ ਤੁਸੀਂ ਕਿਸੇ ਵੱਲ ਦੇਖੋ ਤੇ
ਇਹ ਨਾ ਦੇਖੋ ਕਿ ਇਹ ਉਹ ਬੰਦਾ ਹੈ, ਚੰਗਾ ਬੰਦਾ ਹੈ, ਮਾੜਾ ਬੰਦਾ ਹੈ, ਮੇਰਾ ਹੈ, ਤੇਰਾ ਹੈ, ਪਰਾਇਆ ਹੈ, ਆਪਣਾ ਹੈ, ਨਹੀਂ। ਉਹ ਕਹਿੰਦੇ ਹਨ ਕਿ ਦੇਖੋ ਤੇ ਫਿਰ ਸਭ ਦੇ ਅੰਦਰ ਉਸ ਹਰੀ ਦੀ ਜੋਤ ਦੇਖੋ, ਹਰੀ ਨੂੰ ਦੇਖੋ। ਕਿਉਂਕਿ ਗੁਰਮਤਿ ਦਾ ਤੇ ਸਿਧਾਂਤ ਹੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਸਰਬ ਵਿਆਪਕ ਹੈ। ਉਹ ਇਸ ਜਗਤ ਦੇ ਵਿੱਚ ਹਰ ਥਾਂ ਤੇ ਹਰ ਜੀਵ ਦੇ ਵਿੱਚ ਹੈ। ਹਰ ਜੀਵ ਦੇ ਵਿੱਚ ਕਿਉਂ ਹੈ? ਹਰ ਜੀਵ ਹੀ ਅਸਲ ਵਿੱਚ ਉਹਦੀ ਜੋਤ ਹੀ ਹੈ। ਕੋਈ ਜੀਵਨ ਵਾਲੀਆਂ ਚੀਜ਼ਾਂ ਦੀ ਵੀ ਗੱਲ ਕਿਉਂ? ਉਸ ਤੋਂ ਇਲਾਵਾ ਵੀ ਜੋ ਕੁਝ ਜਗਤ ਦੇ ਵਿੱਚ ਹੈ, ਜੋ ਸਾਨੂੰ ਲੱਗਦਾ ਹੈ ਕਿ ਨਿਰਜੀਵ ਹੈ, ਉਹ ਵੀ ਉਸ ਅਕਾਲ ਪੁਰਖ ਦਾ ਹੀ ਰੂਪ ਹੈ। ਤੇ ਜੇ ਸਿਧਾਂਤ ਸਾਨੂੰ ਇਹ ਦੱਸਦਾ ਹੈ ਕਿ ਹਰ ਕੋਈ ਹੀ ਅਕਾਲ ਪੁਰਖ ਦਾ ਰੂਪ ਹੈ, ਉਹਦੀ ਜੋਤ ਹੈ, ਉਹਦਾ ਹਿੱਸਾ ਹੈ, ਤਾਂ ਫਿਰ ਸਤਿਗੁਰੂ ਕਹਿੰਦੇ ਹਨ ਕਿ ਹਰ ਬਿਨ ਅਵਰ ਨਾ ਦੇਖੋ ਕੋਈ। ਉਸ ਤੋਂ ਇਲਾਵਾ ਹੋਰ ਕੁਝ ਵੀ ਨਾ ਦੇਖੋ। ਜਿੱਧਰ ਦੇਖੋ ਉਸ ਰੱਬ ਨੂੰ ਹੀ ਦੇਖੋ, ਵਾਹਿਗੁਰੂ ਦੇ ਦਰਸ਼ਨ ਕਰੋ, ਉਸ ਹਰੀ ਨੂੰ ਹੀ ਦੇਖੋ। ਹਰ ਬਿਨ ਅਵਰ ਨਾ ਦੇਖੋ ਕੋਈ, ਪ੍ਰਭੂ ਤੋਂ ਬਿਨਾ ਹੋਰ ਕੁਝ ਨਾ ਦੇਖੋ। ਅੱਖਾਂ ਨੂੰ ਕਹਿ ਰਹੇ ਹਨ ਕਿ ਉਸ ਤੋਂ ਬਿਨਾ ਹੋਰ ਕੁਝ ਨਾ ਦੇਖੋ। ਨਦਰੀ ਹਰ ਨਿਹਾਲਿਆ। ਨਦਰੀ ਮੀਨਸ ਨਜ਼ਰ ਦੇ ਨਾਲ, ਅੱਖਾਂ ਦੇ ਨਾਲ। ਨਿਹਾਲਿਆ ਮਤਲਬ ਦੇਖਣਾ। ਤੋ ਉਹ ਕਹਿੰਦੇ ਹਨ ਕਿ ਜਦੋਂ ਵੀ ਤੁਸੀਂ ਕਿਧਰੇ ਦੇਖੋ ਮੇਰੀਓ ਅੱਖੋ, ਤੇ ਉਸ ਤੋਂ ਇਲਾਵਾ ਹੋਰ ਕੁਝ ਨਾ ਦੇਖੋ। ਸਤਿਗੁਰੂ ਅੱਗੇ ਕਹਿ ਰਹੇ ਹਨ, ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਇੱਥੇ ਵਿਸ ਦੇ ਦੋ ਅਰਥ ਵਿਦਵਾਨ ਕਰਦੇ ਹਨ। ਵਿਸ ਦਾ ਅਰਥ ਆਮ ਜੋ ਸਾਡੀ ਸਮਝ ਹੈ ਉਹਦੇ ਮੁਤਾਬਕ ਤਾਂ ਜ਼ਹਿਰ ਬਣਦਾ ਹੈ। ਤੇ ਪ੍ਰੋਫੈਸਰ ਸਾਹਿਬ ਸਿੰਘ ਨੇ ਵਿਸ ਨੂੰ ਵਿਸ਼ਵ ਭਾਵ ਇਹ ਸਾਰੇ ਜਗਤ ਦੀ ਗੱਲ ਕਰਦੇ ਦੱਸਿਆ ਹੈ। ਅਸੀਂ ਦੋਵੇਂ ਅਰਥਾਂ ਦੇ ਵਿੱਚ ਹੀ ਅਗਰ ਕਰ ਲਈਏ ਤੇ ਗੱਲ ਤਾਂ ਇੱਥੇ ਸੰਸਾਰ ਦੀ ਹੋ ਰਹੀ ਹੈ। ਵੈਸੇ ਗੁਰਬਾਣੀ ਦੇ ਵਿੱਚ ਵਿਸ ਸ਼ਬਦ ਦੀ ਵਰਤੋਂ ਹਰ ਥਾਂ ਦੇ ਉੱਤੇ ਜ਼ਹਿਰ ਦੇ ਵਾਸਤੇ ਕੀਤੀ ਗਈ ਹੈ। ਤੇ ਜੇ ਅਸੀਂ ਇਸ ਨੂੰ ਜ਼ਹਿਰ ਅਰਥ ਕਰ ਲਈਏ ਤਾਂ ਇਸ ਦਾ ਅਰਥ ਇਹ ਬਣਦਾ ਹੈ ਕਿ ਇਹ ਵਿਸ ਸੰਸਾਰ, ਇਹ ਸੰਸਾਰ ਜਿਸ ਨੂੰ ਬਹੁਤ ਸਾਰੇ ਲੋਕ ਜ਼ਹਿਰ ਮੰਨਦੇ ਹਨ, ਆਪਣੇ ਆਤਮਿਕ ਜੀਵਨ ਦਾ ਜੋ ਰਸਤਾ ਹੈ ਉਹਦੇ ਵਿੱਚ ਬੜੀ ਵੱਡੀ ਰੁਕਾਵਟ ਮੰਨਦੇ ਹਨ, ਜ਼ਹਿਰ ਬਰਾਬਰ ਮੰਨਦੇ ਹਨ ਵੀ ਜੇ ਸੰਸਾਰ ਦੇ ਵਿੱਚ ਰਹਿਣਾ ਹੈ ਤੇ ਅਸੀਂ ਆਤਮਿਕ ਤਰੱਕੀ ਨਹੀਂ ਕਰ ਸਕਦੇ। ਇਹਨੂੰ ਦੁਸ਼ਮਣ ਮੰਨਿਆ ਗਿਆ ਹੈ, ਦੁੱਖਾਂ ਦਾ ਘਰ ਮੰਨਿਆ ਗਿਆ ਹੈ। ਇਸ ਕਿਸਮ ਦੇ ਵਿਊਜ਼ ਜਿਹੜੇ ਹਨ ਉਹ ਸਾਨੂੰ ਬਹੁਤ ਸਾਰੀਆਂ ਵਿਚਾਰਧਾਰਾਵਾਂ ਦੇ ਵਿੱਚ ਮਿਲਦੇ ਹਨ। ਤਾਂ ਫਿਰ ਅਸੀਂ ਇਸ ਦੇ ਅਰਥ ਇਹ ਵੀ ਕਰ ਸਕਦੇ ਹਾਂ, ਜੇ ਵਿਸ ਦਾ ਅਰਥ ਜ਼ਹਿਰ ਕਰ ਲਈਏ ਕਿ ਉਹ ਸੰਸਾਰ ਜਿਹਨੂੰ ਇਹ ਜਗਤ ਵਿਸ ਕਹਿੰਦਾ ਹੈ, ਜ਼ਹਿਰ ਕਹਿੰਦਾ ਹੈ, ਇਸ ਜਾਂ ਇਉਂ ਕਹਿ ਲਈਏ ਜਿਵੇਂ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕਿਹਾ ਹੈ ਕਿ ਇਹ ਜੋ ਸਾਰਾ ਸੰਸਾਰ ਤੁਸੀਂ ਦੇਖ ਰਹੇ ਹੋ ਇਹ ਹਰ ਕਾ ਰੂਪ ਹੈ, ਇਹ ਪ੍ਰਭੂ ਦਾ ਹੀ ਰੂਪ ਹੈ। ਹਰ ਰੂਪ ਨਦਰੀਆ ਹੈ। ਔਰ ਇਹ ਜੋ ਹਰੀ ਦਾ ਰੂਪ ਜਗਤ ਹੈ, ਜੋ ਕਿ ਸਾਡਾ ਗੁਰਮਤਿ ਸਿਧਾਂਤ ਹੈ, ਕਿਉਂਕਿ ਹਰੀ ਨੂੰ ਅਸੀਂ ਵਾਹਿਗੁਰੂ ਅਕਾਲ ਪੁਰਖ ਨੂੰ ਸਰਬ ਵਿਆਪਕ ਮੰਨਦੇ ਹਾਂ, ਬਲਕਿ ਸਾਰੇ ਜਗਤ ਨੂੰ ਉਸ ਦੀ ਜੋਤ ਹੀ ਮੰਨਦੇ ਹਾਂ। ਤੇ ਸਤਿਗੁਰੂ ਕਹਿ ਰਹੇ ਹਨ ਇਹ ਜੋ ਸਮੁੱਚਾ ਸੰਸਾਰ, ਜਿਹਨੂੰ ਕਈ ਲੋਕ ਜ਼ਹਿਰ ਵੀ ਕਹਿ ਦਿੰਦੇ ਹਨ, ਕੋਈ ਕੁਝ ਕਹਿੰਦਾ ਹੈ, ਕੁਝ ਕਹਿੰਦਾ ਹੈ, ਇਹ ਅਸਲ ਵਿੱਚ ਉਸ ਪ੍ਰਭੂ ਦਾ ਹੀ ਰੂਪ ਹੈ। ਤੇ ਹਰ ਰੂਪ ਨਦਰੀ ਆਇਆ, ਤੇ ਇਹ ਪ੍ਰਭੂ ਦਾ ਰੂਪ ਹੀ ਦਿਸ ਰਿਹਾ ਹੈ। ਹੁਣ ਸਤਿਗੁਰੂ ਜੀ ਕਹਿ ਰਹੇ ਹਨ ਕਿ ਇਹ ਪ੍ਰਭੂ ਦਾ ਰੂਪ ਦਿਸ ਰਿਹਾ ਹੈ। ਭਾਵ ਹੈ ਹੀ ਪ੍ਰਭੂ ਦਾ ਰੂਪ ਹੈ, ਤੇ ਰੂਪ ਜੋ ਹੈ ਉਹੀ ਦਿਸੇਗਾ ਨਾ। ਹੁਣ ਅੱਖਾਂ ਨੂੰ ਕੀ ਕਹਿ ਰਹੇ ਹਨ ਕਿ ਇਹ ਜੋ ਸੰਸਾਰ ਹੈ ਹਰੀ ਦਾ ਰੂਪ ਹੈ, ਹਰੀ ਦਾ ਰੂਪ ਹੀ ਨਜ਼ਰ ਆ ਰਿਹਾ ਹੈ, ਤੇ ਤੁਸੀਂ ਵੀ ਇਹਨੂੰ ਇਹਦੇ ਵਿੱਚੋਂ ਸਿਰਫ ਹਰੀ ਨੂੰ ਹੀ ਦੇਖੋ, ਹੋਰ ਕੁਝ ਨਾ ਦੇਖੋ। ਗੁਰ ਪ੍ਰਸਾਦੀ ਬੁੱਝਿਆ। ਗੁਰ ਪ੍ਰਸਾਦੀ ਦਾ ਭਾਵ ਹੈ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਬਖਸ਼ਿਸ਼ ਦੇ ਨਾਲ। ਗੁਰੂ ਦੀ ਬਖਸ਼ਿਸ਼ ਦਾ ਅਰਥ ਹੈ ਕਿ ਜੇ ਅਸੀਂ ਗੁਰੂ ਦੀ ਸਿੱਖਿਆ ਪ੍ਰਾਪਤ ਕਰਾਂਗੇ, ਉਹਦੀ ਸ਼ਰਨ ਦੇ ਵਿੱਚ ਜਾਵਾਂਗੇ, ਉਹਦੇ ਚਰਨ ਪਕੜਾਂਗੇ, ਉਹਦੀ ਸਿੱਖਿਆ ਤੇ ਅਮਲ ਕਰਾਂਗੇ,
ਤੇ ਸਤਿਗੁਰੂ ਕਹਿੰਦੇ ਹਨ ਫਿਰ ਗੁਰੂ ਦੀ ਕਿਰਪਾ ਦੇ ਨਾਲ ਬੁੱਝਿਆ। ਹੁਣ ਮੈਨੂੰ ਸਮਝ ਆਈ ਹੈ, ਬੁੱਝ ਲਿਆ ਹੈ। ਜਾਂ ਵੇਖਾਂ ਹਰ ਇੱਕ ਹੈ। ਹੁਣ ਜਦੋਂ ਮੈਂ ਦੇਖਦਾ ਹਾਂ ਤੇ ਬਸ ਉਹ ਇੱਕ ਹਰੀ ਹੀ ਦਿਸਦਾ ਹੈ ਮੈਨੂੰ। ਹਰ ਇੱਕ ਹੈ ਹੀ ਹਰੀ ਇੱਕ, ਬਸ ਹੋਰ ਕੁਝ ਵੀ ਨਹੀਂ ਹੈ। ਹੋਰ ਹਰ ਬਿਨਾਂ ਵਰਨਾ ਕੋਈ, ਉਸ ਤੋਂ ਬਿਨਾਂ ਕੁਝ ਹੈ ਹੀ ਨਹੀਂ। ਤੇ ਸਤਿਗੁਰੂ ਅੰਤ ਵਿੱਚ ਕਹਿੰਦੇ ਹਨ, ਕਹੈ ਨਾਨਕ ਇਹ ਨੇਤਰ ਅੰਧ ਸੇ। ਅੰਧ ਸੇ ਭਾਵ ਅੰਨੇ ਸਨ। ਅੰਧ ਦਾ ਅਰਥ ਅੰਨੇ, ਤੇ ਸੇ ਜਿਵੇਂ ਅਸੀਂ ਕਹਿੰਦੇ ਗਏ ਸੇ, ਆਏ ਸੇ। ਇਹ ਨੇਤਰ ਜਿਹੜੇ ਹਨ, ਮੇਰੀਆਂ ਅੱਖਾਂ ਜਿਹੜੀਆਂ ਹਨ, ਜਿਹੜੇ ਅੰਨੇ ਸਨ, ਭਾਵ ਇਹਨਾਂ ਨੂੰ ਦਿਸਦਾ ਨਹੀਂ ਸੀ। ਸਤਿਗੁਰੂ ਮਿਲਿਆ। ਸਤਿਗੁਰੂ ਜੀ ਦੇ ਮਿਲਣ ਤੋਂ ਪਹਿਲਾਂ ਮੇਰੀਆਂ ਅੱਖਾਂ ਅੰਨੀਆਂ ਸਨ, ਪਰ ਜਦੋਂ ਗੁਰੂ ਮਿਲਿਆ ਤੇ ਇਹਨਾਂ ਦੇ ਵਿੱਚ ਰੋਸ਼ਨੀ ਆ ਗਈ। ਹੁਣ ਦਿਵ ਦ੍ਰਿਸ਼ਟ ਦਾ ਮਤਲਬ ਤੇ ਅਸੀਂ ਸਾਰੇ ਜਾਣਦੇ ਹਾਂ, ਦ੍ਰਿਸ਼ਟੀ ਭਾਵ ਨਜ਼ਰ। ਦਿਵ ਦ੍ਰਿਸ਼ਟ ਦਾ ਕੀ ਅਰਥ ਹੈ? ਦਿਵ ਦ੍ਰਿਸ਼ਟ ਦਾ ਅਰਥ ਹੈ, ਆਮ ਸ਼ਬਦਾਂ ਦੇ ਵਿੱਚ ਇਹ ਦਿਵ ਸ਼ਬਦ ਜੋ ਹੈ ਸੰਸਕ੍ਰਿਤ ਦੇ ਦਿਵਯ ਦਾ ਅਰਥ ਹੈ, ਉਹਦੀ ਅਡੈਪਟੇਸ਼ਨ ਹੈ, ਪੰਜਾਬੀ ਰੂਪ ਹੈ। ਤਾਂ ਦਿਵਯ ਦਾ ਅਰਥ ਹੈ ਜਿਹੜੀ ਦੇਵਤਿਆਂ ਵਾਲੀ, ਆਰ ਪਾਰ ਦੇਖਣ ਵਾਲੀ, ਡੂੰਘਾ ਦੇਖਣ ਵਾਲੀ, ਦੂਰ ਤੱਕ ਦੇਖਣ ਵਾਲੀ ਨਜ਼ਰ ਹੁੰਦੀ ਹੈ, ਜਿਹੜੀ ਉਹ ਕੁਝ ਦੇਖ ਲੈਂਦੀ ਹੋਰ ਜਿਹੜਾ ਹੋਰ ਕਿਸੇ ਨੂੰ ਨਹੀਂ ਦਿਸਦਾ। ਇਸ ਜਗਤ ਤੋਂ ਪਰੇ ਵੀ ਦੇਖ ਲੈਂਦੀ ਹੈ, ਜਗਤ ਦੇ ਅੰਦਰ ਵੀ ਦੇਖ ਲੈਂਦੀ ਹੈ, ਡੂੰਘਾ ਵੀ ਦੇਖ ਲੈਂਦੀ ਹੈ, ਉੱਚਾ ਵੀ। ਉਹ ਦਿਵ ਦ੍ਰਿਸ਼ਟ ਹੋ ਗਈ। ਭਾਵ ਕਿ ਉਹ ਨਜ਼ਰ ਜਿਹੜੀ ਉਹ ਕੁਝ ਦੇਖ ਲੈਂਦੀ ਹੈ ਜਿਹੜੀ ਆਮ ਬੰਦਾ ਨਹੀਂ ਦੇਖ ਸਕਦਾ। ਇਹ ਉਹਨਾਂ ਦਾ ਸਿਧਾਂਤ ਹੈ। ਇਸ ਨੂੰ ਤਾਂ ਉਹ ਮੈਥੋਲੋਜੀਕਲ ਔਰ ਬੜੀ ਮਿਰੈਕਲਸ ਚੀਜ਼ ਮੰਨਦੇ ਹਨ, ਪਰ ਜੇ ਇਹਨੂੰ ਇੱਕ ਆਮ ਵਰਤੋਂ ਵਾਲੇ ਲਿਹਾਜ਼ ਦੇ ਨਾਲ ਇਹਦੇ ਅਰਥ ਕੀਤੇ ਜਾਣ ਤਾਂ ਇੱਕ ਬੜੀ ਚੰਗੀ, ਬੜੀ ਰੋਸ਼ਨ ਨਜ਼ਰ, ਬੜੀ ਤਿੱਖੀ ਔਰ ਚਮਕੀਲੀ ਨਜ਼ਰ ਜਿਹੜੀ ਹਰ ਚੀਜ਼ ਨੂੰ ਦੇਖ ਲਵੇ। ਸਤਿਗੁਰੂ ਕਹਿੰਦੇ ਹਨ ਕਿ ਕਹੈ ਨਾਨਕ ਇਹ ਨੇਤਰ ਅੰਧ ਸੇ, ਜਿਹੜੇ ਸਤਿਗੁਰੂ ਨੂੰ ਮਿਲਣ ਤੋਂ ਪਹਿਲਾਂ ਅੰਨੇ ਸਨ, ਭਾਵ ਉਹਨਾਂ 'ਚ ਨਜ਼ਰ ਨਹੀਂ ਸੀ, ਦ੍ਰਿਸ਼ਟੀ ਨਹੀਂ ਸੀ। ਸਤਿਗੁਰੂ ਜੀ ਦੇ ਮਿਲਣ ਕਰਕੇ ਜਦੋਂ ਗੁਰੂ ਮਿਲ ਪਿਆ ਮੈਨੂੰ, ਮੈਂ ਗੁਰੂ ਦੀ ਸ਼ਰਨ ਦੇ ਵਿੱਚ ਚਲਾ ਗਿਆ, ਉਹਦੇ ਮੁਤਾਬਕ ਆਪਣਾ ਜੀਵਨ ਬਣਾ ਲਿਆ, ਤਾਂ ਫਿਰ ਇਹ ਦਿਵ ਦ੍ਰਿਸ਼ਟ ਹੋ ਗਈ। ਹੁਣ ਇਹ ਉਹ ਕੁਝ ਦੇਖਣ ਲੱਗ ਗਈ ਜੋ ਆਮ ਮਨੁੱਖ ਨੂੰ ਨਹੀਂ ਦਿਖਦਾ। ਭਾਵ ਇੱਥੇ ਗੱਲ ਹੋ ਰਹੀ ਹੈ ਕਿ ਇਹ ਜਾਂ ਵੇਖਾਂ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ। ਇਹ ਹੈ ਦਿਵ ਦ੍ਰਿਸ਼ਟ ਦੀ ਇੱਥੇ ਡੈਫੀਨੇਸ਼ਨ, ਕਿ ਹੁਣ ਮੈਨੂੰ ਹਰ ਥਾਂ ਦੇ ਉੱਤੇ ਉਸ ਅਕਾਲ ਪੁਰਖ ਦੇ ਦਰਸ਼ਨ ਹੋਣੇ ਸ਼ੁਰੂ ਹੋ ਗਏ। ਮੈਂ ਜਦੋਂ ਕਿਸੇ ਨੂੰ ਵੀ ਮਿਲਦਾ ਹਾਂ, ਕਿਸੇ ਨੂੰ ਦੇਖਦਾ ਹਾਂ, ਤਾਂ ਮੈਨੂੰ ਉਹਦੇ 'ਚ ਹੋਰ ਕੁਝ ਨਹੀਂ ਦਿਸਦਾ, ਉਹ ਬੰਦਾ ਨਹੀਂ ਦਿਸਦਾ, ਮੈਨੂੰ ਤੇ ਅਕਾਲ ਪੁਰਖ ਦਿਸਣਾ ਸ਼ੁਰੂ ਹੋ ਗਿਆ। ਇਹ ਦਿਵ ਦ੍ਰਿਸ਼ਟ ਹੈ। ਸਤਿਗੁਰੂ ਕਹਿੰਦੇ ਹਨ ਕਿ ਜਦੋਂ ਗੁਰੂ ਦੀ ਸ਼ਰਨ ਦੇ ਵਿੱਚ ਗਿਆ, ਫਿਰ ਮੇਰੀਆਂ ਅੱਖਾਂ ਦੇ ਵਿੱਚ ਰੋਸ਼ਨੀ ਆਈ, ਤੇ ਫਿਰ ਮੈਨੂੰ ਸਭ ਦੇ ਵਿੱਚ ਅਕਾਲ ਪੁਰਖ ਦੇ ਪ੍ਰਤੱਖ ਦਰਸ਼ਨ ਹੋਣੇ ਸ਼ੁਰੂ ਹੋ ਗਏ। ਹੁਣ ਸਤਿਗੁਰੂ ਜੀ ਇੱਥੇ ਜਿਵੇਂ ਬਾਣੀ ਦਾ ਵਿਸ਼ਾ ਹੈ ਆਨੰਦ ਦਾ, ਆਨੰਦ ਦੀ ਪ੍ਰਾਪਤੀ ਦਾ, ਹੁਣ ਇਹਨੂੰ ਅਸੀਂ ਇਉਂ ਵੀ ਸਮਝ ਸਕਦੇ ਹਾਂ ਕਿ ਜਦੋਂ ਤੱਕ ਅਸੀਂ ਹਰ ਮਨੁੱਖ ਮਾਤਰ, ਹਰ ਜੀਵ ਮਾਤਰ ਦੇ ਵਿੱਚ ਉਸ ਅਕਾਲ ਪੁਰਖ ਦੇ ਦਰਸ਼ਨ ਨਹੀਂ ਕਰਦੇ, ਅਸੀਂ ਪ੍ਰਭੂ ਮਿਲਾਪ ਆਨੰਦ ਦੀ ਅਵਸਥਾ ਤੱਕ ਨਹੀਂ ਪਹੁੰਚ ਸਕਦੇ। ਔਰ ਇਹ ਹੈ ਵੀ ਇਸੇ ਤਰ੍ਹਾਂ ਹੀ ਹੈ, ਗੁਰਮਤਿ ਇਹੀ ਕਹਿ ਰਹੀ ਹੈ। ਇਹਨੂੰ ਦੂਜਾ ਅਸੀਂ ਇਸ ਤਰ੍ਹਾਂ ਵੀ ਸਮਝ ਸਕਦੇ ਹਾਂ ਕਿ ਜੇ ਮੈਨੂੰ ਹਰ ਜੀਵ ਦੇ ਵਿੱਚ ਉਸ ਅਕਾਲ ਪੁਰਖ ਦੇ ਦਰਸ਼ਨ ਹੋਣੇ ਸ਼ੁਰੂ ਨਹੀਂ ਹੋਏ ਤੇ ਮੈਂ ਹਲੇ ਆਨੰਦ ਦੀ ਅਵਸਥਾ ਤੱਕ ਨਹੀਂ ਪਹੁੰਚਿਆ। ਇਹਨੂੰ ਅਸੀਂ ਇੱਕ ਨਿਸ਼ਾਨੀ ਦੇ ਤੌਰ ਤੇ ਵੀ ਲੈ ਸਕਦੇ ਹਾਂ, ਇਹਨੂੰ ਅਸੀਂ ਪ੍ਰੀ ਕੰਡੀਸ਼ਨ ਵੀ ਮੰਨ ਸਕਦੇ ਹਾਂ ਤੇ ਆਊਟਕਮ ਵੀ ਮੰਨ ਸਕਦੇ ਹਾਂ। ਪਰ ਇਹਨੂੰ ਜਿਸ ਤਰ੍ਹਾਂ ਵੀ ਅਸੀਂ ਦੇਖੀਏ, ਗੱਲ ਪੱਕੀ ਹੈ ਕਿ ਜਦੋਂ ਤੱਕ ਅਸੀਂ ਇਸ ਅਵਸਥਾ ਦੇ ਵਾਸਤੇ ਯਤਨ ਨਹੀਂ ਕਰਦੇ, ਉਦੋਂ ਤੱਕ ਅਸੀਂ ਆਨੰਦ ਦੀ ਪ੍ਰਾਪਤੀ ਤੱਕ ਨਹੀਂ ਜਾ ਸਕਦੇ। ਇਹ ਜੋ ਹਰ ਮਨੁੱਖ ਮਾਤਰ, ਜੀਵ ਮਾਤਰ ਦੇ ਵਿੱਚ ਅਕਾਲ ਪੁਰਖ ਨੂੰ ਦੇਖਣਾ, ਉਹਦੇ ਦਰਸ਼ਨ ਕਰਨੇ, ਉਹਨੂੰ ਅਕਾਲ ਪੁਰਖ ਦਾ ਹਰ ਕਾ ਰੂਪ ਮੰਨਣਾ, ਉਹਦੇ ਵਿੱਚੋਂ ਹਰ ਰੂਪ ਨਜ਼ਰੀ ਆਇਆ ਵਾਲੀ ਗੱਲ ਦੇਖਣੀ, ਇਹ ਹੀ ਅਸਲ ਵਿੱਚ ਪ੍ਰਭੂ ਮਿਲਾਪ ਦਾ ਰਾਹ ਹੈ। ਕੋਈ ਖਾਸ ਕਰਮ ਕਾਂਡ, ਧਰਮ ਕਰਮ, ਕੋਈ ਖਾਸ ਕਿਰਿਆ, ਕੋਈ ਖਾਸ ਮੰਤਰ ਦਾ ਜਾਪ ਵਰਤ,
ਹੋਰ ਕੁਝ ਵੀ ਜਿਹੜਾ ਹੈ ਉਹ ਪ੍ਰਭੂ ਮਿਲਾਪ ਤੱਕ ਦੀ ਉਸ ਰਸਤੇ ਦੀਆਂ ਗੱਲਾਂ ਨਹੀਂ। ਅਸਲ ਗੱਲ ਇਹ ਹੈ ਕਿ ਸਾਨੂੰ ਸਭ ਥਾਂ ਤੇ ਉਸ ਪ੍ਰਭੂ ਦੇ ਦਰਸ਼ਨ ਹੋਣੇ ਚਾਹੀਦੇ। ਹੁਣ ਇਹਦਾ ਅਰਥ ਕੀ ਹੈ ਕਿ ਪ੍ਰਭੂ ਦੇ ਦਰਸ਼ਨ ਕੀ ਹੋਣੇ ਚਾਹੀਦੇ ਹਨ ਕਿ ਜਦੋਂ ਮੈਂ ਕਿਸੇ ਬੰਦੇ ਨੂੰ ਮਿਲਦਾ ਹਾਂ ਤੇ ਉਹਨੂੰ ਮੈਂ ਕਹਿੰਦਾ ਇਹ ਮੇਰਾ, ਇਹ ਬੱਚਾ ਮੇਰਾ ਹੈ, ਇਹ ਤੇਰਾ ਹੈ, ਇਹ ਆਪਣਾ ਹੈ, ਇਹ ਪਰਾਇਆ ਹੈ, ਇਹ ਪਿਆਰ ਦਾ ਰਿਸ਼ਤਾ ਹੈ, ਨਫ਼ਰਤ ਦਾ ਰਿਸ਼ਤਾ ਹੈ, ਇਹ ਮਿੱਤਰਤਾ ਦਾ ਰਿਸ਼ਤਾ ਹੈ, ਦੁਸ਼ਮਣੀ ਦਾ ਰਿਸ਼ਤਾ ਹੈ। ਜੇ ਇਸ ਜੀਵਨ ਨੂੰ ਮੈਂ ਜੀ ਰਿਹਾ ਹਾਂ ਤਾਂ ਫਿਰ ਆਤਮਿਕ ਆਨੰਦ ਮੈਨੂੰ ਭੁੱਲ ਜਾਣਾ ਚਾਹੀਦਾ, ਕਿਉਂਕਿ ਇਹ ਸਾਰਾ ਕੁਝ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਉੱਥੇ ਨਹੀਂ ਪਹੁੰਚੇ। ਹਰ ਬਿਨ ਅਵਰ ਨਾ ਦੇਖੋ ਕੋਈ, ਪਰ ਇਹ ਹੋਵੇ ਕਿਵੇਂ? ਉਹ ਸਤਿਗੁਰੂ ਜੀ ਨੇ ਰਾਹ ਦੱਸਿਆ ਹੈ ਕਿ ਗੁਰੂ ਦੀ ਸ਼ਰਨ ਦੇ ਵਿੱਚ ਜਾ, ਗੁਰ ਪ੍ਰਸਾਦੀ ਬੁਝਿਆ। ਕਿਉਂਕਿ ਗੁਰੂ ਦੀ ਮਦਦ ਤੋਂ ਬਿਨਾਂ, ਗੁਰੂ ਦੀ ਸਿੱਖਿਆ, ਗੁਰੂ ਦੀ ਟ੍ਰੇਨਿੰਗ, ਗੁਰੂ ਦੇ ਅੰਡਰ ਇੰਸਟਰਕਸ਼ਨ, ਉਹਦੇ ਗੁਰੂ ਦੀ ਸਿੱਖਿਆ, ਗੁਰੂ ਦੀ ਨਜ਼ਰ ਦੇ ਵਿੱਚ ਰਹਿ ਕੇ ਜੀਵਨ ਦੀ ਉਸਾਰੀ ਕੀਤੇ ਬਿਨਾਂ ਸਾਡੀ ਨਜ਼ਰ ਵਿੱਚ ਦਿਵ ਦ੍ਰਿਸ਼ਟ ਨਹੀਂ ਆ ਸਕਦੀ। ਮੈਂ ਆਪਣੇ ਜੀਵਨ ਵਿੱਚੋਂ ਇੱਕ ਛੋਟਾ ਜਿਹਾ ਤਜਰਬਾ, ਸਮੇਂ ਨੂੰ ਕੋਸ਼ਿਸ਼ ਕਰਾਂਗਾ ਸੀਮਿਤ ਰੱਖ ਕੇ ਹੀ ਗੱਲ ਕਰਾਂ, ਕਿ ਜਦੋਂ ਵਿਦਿਆਰਥੀ ਜੀਵਨ ਦੇ ਵਿੱਚ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ BSc ਆਨਰਸ ਇਨ ਜ਼ੂਓਲੋਜੀ ਕਰ ਰਿਹਾ ਸੀ, ਤਾਂ ਸਾਡਾ ਇੱਕ ਕੋਰਸ ਸੀ ਸਾਈਟੋਲੋਜੀ ਦਾ, ਜਿਹਦੇ ਵਿੱਚ ਸੈੱਲ ਦੇ ਸਟਰਕਚਰ ਦੀ ਸਟੱਡੀ ਕੀਤੀ ਜਾਣੀ ਹੁੰਦੀ ਹੈ। ਤੇ ਉਹ ਕੋਰਸ ਸਾਨੂੰ ਸਾਡੇ ਹੈਡ ਆਫ ਡਿਪਾਰਟਮੈਂਟ, ਜਿਹੜੇ ਕਿ ਜਗਤ ਪ੍ਰਸਿੱਧ ਵਿਗਿਆਨਕ ਸਨ ਰਿਪਰੋਡਕਟਿਵ ਫਿਜ਼ੀਓਲੋਜੀ ਦੇ, ਬਹੁਤ ਸਤਿਕਾਰ ਉਹਨਾਂ ਦਾ ਕੀਤਾ ਜਾਂਦਾ ਸੀ, ਡਾਕਟਰ SS ਗੁਰਾਇਆ, ਉਹਨਾਂ ਨੇ ਲੈਣਾ ਸੀ। ਤੇ ਸਾਨੂੰ ਆਪਣੇ ਕਮਰੇ ਵਿੱਚ ਹੀ, ਅਸੀਂ 7 ਜਣੇ ਸੀ ਕੁੱਲ ਮਿਲਾ ਕੇ, ਸਾਨੂੰ ਆਪਣੇ ਕੋਲ ਬਿਠਾ ਲਿਆ ਉਹਨਾਂ ਨੇ। ਮਾਈਕਰੋਸਕੋਪਸ ਉਹਨਾਂ ਨੇ ਸਾਡੇ ਲਈ ਰਖਵਾਈਆਂ ਹੋਈਆਂ ਸੀ, 4 ਘੰਟੇ ਦੀ ਸਾਡੀ ਕਲਾਸ ਸੀ। ਤੇ ਸਾਨੂੰ ਕਹਿੰਦੇ, ਭਾਈ ਤੁਹਾਨੂੰ ਪਤਾ ਹੈ ਵਾਟ ਇਜ਼ ਮਾਈਟੋਕੌਂਡਰੀਆ? ਅਸੀਂ ਸਾਰਿਆਂ ਨੇ ਬੜੀ ਸ਼ਾਨ ਨਾਲ ਕਿਹਾ, ਹਾਂਜੀ ਸਾਨੂੰ ਪਤਾ ਹੈ। ਕਹਿੰਦੇ ਠੀਕ ਹੈ, ਫਿਰ ਇਹ ਸਲਾਈਡਸ ਲਾਓ, ਇਹਨਾਂ ਵਿੱਚ ਲਗਾਓ ਮਾਈਕਰੋਸਕੋਪਸ ਦੇ ਵਿੱਚ, ਤੇ ਜ਼ਰਾ ਦੇਖੋ ਇਹਦੇ ਚੋਂ ਉਹਦਾ ਸਟਰਕਚਰ ਦੇਖੋ। ਹੁਣ ਮਾਈਟੋਕੌਂਡਰੀਆ ਇੱਕ ਇੰਨੀ ਸੂਖਮ ਚੀਜ਼ ਹੈ ਜਿਹੜੀ ਕਿ ਆਮ ਇਹਦੇ ਨਾਲ, ਮਾਈਕਰੋਸਕੋਪ ਨਾਲ ਇੱਕ ਆਮ ਬੰਦਾ ਦੇਖ ਨਹੀਂ ਸਕਦਾ। ਇਹਦਾ ਪੂਰਾ ਸਟਰਕਚਰ ਜੋ ਹੈ, ਇਹਨੂੰ ਸਟੱਡੀ ਕਰਨ ਲਈ ਉਸ ਵਕਤ ਵਿੱਚ ਵੀ ਇਲੈਕਟ੍ਰੋਨ ਮਾਈਕਰੋਸਕੋਪ ਦੀ ਮਦਦ ਲਈ ਜਾਂਦੀ ਸੀ, ਜਿਹੜੀ ਉਸ ਸਮੇਂ ਦੁਨੀਆ ਦੇ ਵਿੱਚ ਕੁਝ ਕੁ ਗਿਣਤੀਆਂ ਦੀ ਹੀ ਸਨ, ਹਿੰਦੁਸਤਾਨ ਵਿੱਚੋਂ ਨਹੀਂ ਸੀ। ਤੇ ਆਮ ਮਾਈਕਰੋਸਕੋਪ ਜਿਹੜੀਆਂ ਤੁਸੀਂ ਲੈਬੋਰੇਟਰੀਜ਼ ਦੇ ਵਿੱਚ, ਕਲੀਨਿਕਲ ਲੈਬੋਰੇਟਰੀਜ਼ ਵਿੱਚ ਦੇਖਦੇ ਹੋ, ਉਹੀ ਸਾਨੂੰ ਉਹਨਾਂ ਨੇ ਦੇ ਦਿੱਤੀਆਂ। ਅਸੀਂ ਬੜੀ ਸ਼ਾਨ ਨਾਲ ਦੇਖਣ ਲੱਗ ਗਏ, ਤੇ 15 ਕੁ ਮਿੰਟ ਪਿੱਛੋਂ ਅਸੀਂ ਸਮਝ ਲਿਆ ਵੀ ਅਸੀਂ ਦੇਖ ਲਿਆ ਜੋ ਇਹਦੇ ਵਿੱਚ ਸੀਗਾ, ਅਸੀਂ ਸਾਰਾ ਕੁਝ ਦੇਖ ਲਿਆ। ਤੇ ਅਸੀਂ ਸਿਰ ਚੁੱਕ ਕੇ ਬੈਠ ਗਏ। ਤੇ ਉਹ ਕਹਿੰਦੇ ਕੀ ਗੱਲ ਦੇਖ ਨਹੀਂ ਰਹੇ? ਇਹ ਦੇਖ ਲਿਆ ਜੀ। ਅੱਛਾ ਦਿਖਾਓ ਮੈਨੂੰ। ਉਹਨਾਂ ਨੇ ਸਾਰਿਆਂ ਦੀ ਮਾਈਕਰੋਸਕੋਪਸ ਦੇਖੀਆਂ ਤੇ ਅਖੀਰ ਤੇ ਬਿਠਾ ਲਿਆ ਸਾਨੂੰ, ਐਂਡ ਹੀ ਗੇਵ ਅਸ ਅ ਫੁੱਲ ਡਰੈਸਿੰਗ ਡਾਊਨ। ਕਹਿੰਦੇ ਤੁਸੀਂ ਦੇਖਿਆ ਕਿ ਤੁਹਾਨੂੰ ਤਾਂ ਪਤਾ ਹੀ ਨਹੀਂ ਦੇਖਣਾ ਕੀ ਹੈ। ਫਿਰ ਉਹਨਾਂ ਨੇ ਸਾਨੂੰ ਕੁਝ ਸਮਝਾਇਆ। ਜਦੋਂ ਸਾਡਾ ਮਨ ਥੋੜਾ ਜਿਹਾ ਢਲ ਗਿਆ, ਕੁਝ ਸਮਝਾ ਕੇ, ਤੇ ਉਹਨਾਂ ਨੇ ਕਿਹਾ ਹੁਣ ਇਸ ਤਰ੍ਹਾਂ ਕਰੋ, ਇਹ ਮਾਈਕਰੋਸਕੋਪਸ ਦੇ ਆਈਪੀਸ ਉੱਤੇ ਆਪਣੀਆਂ ਅੱਖਾਂ ਲਗਾ ਲਓ, ਇਹ ਫਾਈਨ ਫੋਕਸ ਨੂੰ ਲੈ ਕੇ ਹਿਲਾਉਂਦੇ ਰਹੋ। 4 ਘੰਟੇ ਤੁਸੀਂ ਕੋਈ ਕੰਮ ਨਹੀਂ ਕਰਨਾ, ਸਲਾਈਡ ਦੇ ਵਿੱਚ ਬਸ ਫਾਈਨ ਫੋਕਸ ਨੂੰ ਹਿਲਾਉਂਦੇ ਰਹੋ, ਤੇ 4 ਘੰਟੇ ਇਹੀ ਦੇਖੀ ਜਾਓ, ਤੇ ਸ਼ਾਮੀ ਮੈਂ ਤੁਹਾਡੇ ਨਾਲ ਗੱਲ ਕਰਾਂ। ਹੁਣ ਕਿਸੇ 'ਚ ਹਿੰਮਤ ਨਹੀਂ ਸੀ, 4 ਘੰਟੇ ਅਸੀਂ ਲੱਗੇ ਰਹੇ। ਪਰ 4 ਘੰਟੇ ਬਾਅਦ ਸਾਨੂੰ ਇੱਕ ਗੱਲ ਸਮਝ ਲੱਗ ਚੁੱਕੀ ਸੀ ਕਿ ਭਾਈ ਸਾਨੂੰ ਕੁਝ ਨਹੀਂ ਪਤਾ। ਤੇ 4 ਕੁ ਮਹੀਨੇ ਦਾ ਸਾਡਾ 3 ਮਹੀਨੇ ਦਾ ਕੋਰਸ ਸੀਗਾ, ਤੇ ਉਹਦੇ ਅੰਤ ਤੱਕ ਪਹੁੰਚਦਿਆਂ ਸਾਨੂੰ ਸਾਡੀ ਅਵਸਥਾ ਇਹ ਆ ਗਈ ਕਿ ਜਿਹੜੀ ਸਲਾਈਡ ਨੂੰ ਅਸੀਂ ਮਾਈਕਰੋਸਕੋਪ ਦੇ ਥੱਲੇ ਰੱਖੀ ਹੈ, ਉੱਥੇ ਸਾਨੂੰ ਉਹਦਾ ਡੀਪ ਸਟਰਕਚਰ ਹੀ ਦਿਸਣਾ ਸ਼ੁਰੂ ਹੋ ਜਾਵੇ। ਪਤਾ ਨਹੀਂ ਉਹਨਾਂ ਨੇ ਸਾਡੇ ਅੰਦਰ ਕੀ ਘੋਲ ਕੇ ਪਾ ਦਿੱਤਾ। ਹੁਣ ਇਹ ਗੱਲ ਮੈਂ ਕਰ ਰਿਹਾ ਦੁਨਿਆਵੀ ਸਿੱਖਿਆ। ਉਹ ਚੀਜ਼ ਜਿਹਨੂੰ ਮੈਂ ਸਮਝਦਾ ਸੀ ਮੈਨੂੰ ਪਤਾ ਹੈ, ਪਰ ਅਸਲ ਵਿੱਚ ਮੈਨੂੰ ਉਹਦਾ ਪਤਾ ਹੀ ਨਹੀਂ ਸੀ, ਮੈਨੂੰ ਉਹ ਦਿਸ ਹੀ ਨਹੀਂ ਸੀ ਰਹੀ। ਉਹਨਾਂ ਨੇ ਸਾਡੀਆਂ ਅੱਖਾਂ ਨੂੰ ਇੰਨਾ ਕੁ ਟ੍ਰੇਨਡ ਕਰ ਦਿੱਤਾ 3-4 ਮਹੀਨੇ ਦੇ ਵਿੱਚ, ਕਿ ਫਿਰ ਮੈਨੂੰ ਉਹ ਚੀਜ਼ ਝੱਟ ਦੇਣੇ ਦਿਖਣੀ ਸ਼ੁਰੂ ਹੋ ਗਈ ਜਿਹੜੀ ਮੈਂ ਕਦੀ ਦੇਖੀ ਹੀ ਨਹੀਂ ਸੀ। ਇਹ ਗੁਰੂ ਦੀ ਸ਼ਰਨ ਦੇ ਵਿੱਚ ਜਾਣ ਦਾ ਪ੍ਰਤਾਪ ਹੁੰਦਾ। ਹੁਣ ਅਸੀਂ ਵੀ ਇਹ ਸਮਝਦੇ ਹਾਂ ਬਾਣੀ ਪੜ੍ਹ ਕੇ ਕਿ ਹਰ ਥਾਂ ਤੇ ਅਕਾਲ ਪੁਰਖ ਵਿਆਪਕ ਹੈ। ਅਸੀਂ ਹਰੀ ਨੂੰ, ਇਸ ਜਗਤ ਹਰੀ ਦਾ, ਇਹ ਸਾਰੀਆਂ ਗੱਲਾਂ ਨੂੰ ਆਪਾਂ ਸਾਰਿਆਂ ਨੇ ਘੋਟਾ ਲਾਇਆ ਹੋਇਆ ਕਿ ਇੱਥੇ ਇਹ ਅਕਾਲ ਪੁਰਖ ਦਾ ਹੀ ਰੂਪ ਹੈ, ਅਕਾਲ ਪੁਰਖ ਦੀ ਹੀ ਜੋਤ ਹੈ।
ਪਰ ਜ਼ਰਾ ਅਸੀਂ ਆਪਣੇ ਮਨ ਦੇ ਅੰਦਰ ਝਾਤੀ ਮਾਰੀਏ ਕਿ ਕੀ ਅਸੀਂ ਇਸ ਨੂੰ ਅਕਾਲ ਪੁਰਖ ਦੇ ਰੂਪ ਦੇ ਵਿੱਚ ਦੇਖਦੇ ਵੀ ਹਾਂ? ਕੀ ਸਾਡੀਆਂ ਅੱਖਾਂ ਵਿੱਚ ਉਹ ਐਬਿਲਿਟੀ ਹੈ ਕਿ ਅਸੀਂ ਇਹਨੂੰ ਅਕਾਲ ਪੁਰਖ ਦਾ ਰੂਪ ਦੇਖ ਲਈਏ? ਹੁਣ ਇਹ ਕਹਿ ਦੇਣਾ ਤਾਂ ਬੜਾ ਮਤਲਬ ਜਿਹੜਾ ਹੈਗਾ ਉਹ ਸੌਖਾ ਹੈ। ਬਾਣੀ ਦੇ ਵਿੱਚ ਬਾਰ-ਬਾਰ ਸਾਨੂੰ ਇਹ ਗੱਲ ਸਮਝਾਈ ਗਈ ਹੈ ਕਿ ਘਟ ਘਟ ਵਾਸੀ ਸਰਬ ਨਿਵਾਸੀ। ਉਹ ਘਟ ਘਟ ਵਾਸੀ ਵੀ ਹੈ ਪਰ ਮੈਨੂੰ ਘਟ ਘਟ ਵਿੱਚ ਦਿਸਦਾ ਨਹੀਂ। ਉਹ ਸਰਬ ਨਿਵਾਸੀ ਹੀ ਹੈ, ਹਰ ਵਿੱਚ ਦਿਸਦਾ ਵੀ ਨਹੀਂ ਹੈ। ਤੇ ਨੇੜੇ ਹੋ ਤੇ ਨੇੜਾ, ਤੇ ਉਹ ਮੈਨੂੰ ਵੀ ਨੇੜੇ ਵੀ ਨਹੀਂ ਦਿਸਦਾ ਪਿਆ। ਤਾਂ ਗੱਲ ਬੜੀ ਸਪਸ਼ਟ ਹੈ। ਜੇ ਸਾਡੀ ਇਹ ਅਵਸਥਾ ਹੈ, ਜੇ ਤੁਹਾਡੀ ਵੀ ਉਹੀ ਅਵਸਥਾ ਹੈ ਜੋ ਮੇਰੀ ਹੈ, ਤਾਂ ਫਿਰ ਅਸੀਂ ਮਿਲਾਪ ਦੀ ਅਵਸਥਾ ਤੋਂ, ਆਨੰਦ ਦੀ ਅਵਸਥਾ ਤੋਂ ਬਹੁਤ ਦੂਰ ਹਾਂ। ਫਿਰ ਉਹਦੇ ਨੇੜੇ ਤੇੜੇ ਵੀ ਨਹੀਂ ਹਾਂ। ਹੁਣ ਸਤਿਗੁਰੂ ਕਹਿ ਰਹੇ ਹਨ, ਗੁਰ ਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ। ਉਸ ਤੋਂ ਬਿਨਾਂ ਕੁਝ ਵੀ ਨਹੀਂ ਹੈ। ਹੁਣ ਸਤਿਗੁਰੂ ਜੀ ਉੱਪਰ ਕਹਿ ਰਹੇ ਹਨ, ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਹੈ। ਇਸ ਪੰਕਤੀ ਵੱਲ ਥੋੜਾ ਜਿਹਾ ਧਿਆਨ ਦਈਏ ਤੇ ਸਤਿਗੁਰੂ ਜੀ ਕਹਿ ਰਹੇ ਹਨ ਕਿ ਇਹ ਪ੍ਰਭੂ ਦਾ ਰੂਪ ਹੈ ਤੇ ਪ੍ਰਭੂ ਦਾ ਰੂਪ ਹੀ ਦਿਸ ਰਿਹਾ ਹੈ। ਪਰ ਦਿਸਿਆ ਕਦੋਂ ਹੈ? ਜਦੋਂ ਗੁਰ ਪ੍ਰਸਾਦੀ ਪੁੱਜਿਆ, ਉਹਦੀ ਦਸੀ ਸਿੱਖਿਆ ਦੇ ਉੱਤੇ ਅਮਲ ਕੀਤਾ। ਉਸ ਤੋਂ ਬਿਨਾਂ ਇਹ ਹੈ, ਸੱਚ ਹੈ ਕਿ ਹਰ ਕਾ ਰੂਪ ਹੈ ਪਰ ਮੈਨੂੰ ਨਹੀਂ ਦਿਸ ਰਿਹਾ। ਇਹ ਸੱਚ ਹੈ ਕਿ ਇਹ ਹਰ ਰੂਪ ਨਜ਼ਰੀ ਆਇਆ, ਜਿਹਨੂੰ ਦਿਸਦਾ ਹੈ ਉਹਨੂੰ ਨਜ਼ਰੀ ਆ ਰਿਹਾ ਹੈ ਪਰ ਮੈਨੂੰ ਨਹੀਂ ਦਿਸ ਰਿਹਾ। ਮੈਨੂੰ ਕਦੋਂ ਦਿਸੇਗਾ? ਜਦੋਂ ਮੈਂ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਵਾਂਗਾ। ਕਿਉਂਕਿ ਜਦੋਂ ਕੋਈ ਚੀਜ਼ ਹੈ ਜਿਹੜੀ ਉਹ ਨਹੀਂ ਦਿਸ ਰਹੀ, ਤੇ ਐਸੀ ਅੱਖਾਂ ਨੂੰ ਅਸੀਂ ਕੀ ਕਵਾਂਗੇ? ਕੋਈ ਚੀਜ਼ ਹੈ, ਸਤਿਗੁਰੂ ਕਹਿ ਰਹੇ ਹਨ ਕਿ ਇਹ ਹਰ ਕਾ ਰੂਪ ਹੈ ਪਰ ਮੈਨੂੰ ਨਹੀਂ ਨਜ਼ਰ ਆ ਰਿਹਾ। ਹਰ ਰੂਪ ਨਜ਼ਰੀ ਆਇਆ ਪਰ ਮੈਨੂੰ ਨਹੀਂ ਨਜ਼ਰ ਆ ਰਿਹਾ। ਤਾਂ ਮੇਰੀਆਂ ਅੱਖਾਂ ਕੀ ਹਨ? ਕੋਈ ਚੰਗਾ ਭਲਾ ਬੰਦਾ ਹੋਵੇ, ਉਹਨੂੰ ਦਿਨੇ ਚੰਗਾ ਭਲਾ ਦਿਸਦਾ ਹੋਵੇ ਤੇ ਰਾਤ ਨੂੰ ਉਹਨੂੰ ਦਿਸਣਾ ਬੰਦ ਹੋ ਜਾਵੇ, ਤੇ ਅਸੀਂ ਕਹਿੰਦੇ ਆ ਇਹਨੂੰ ਅੰਧਰਾਤਾ ਹੈ, ਭਾਵੇਂ ਰਾਤ ਨੂੰ ਅੰਨਾ ਹੋ ਜਾਂਦਾ। ਤੇ ਕੋਈ ਬੰਦਾ ਹੋਵੇ ਜਿਹਨੂੰ ਦਿਨੇ ਵੀ ਨਾ ਦਿਸੇ, ਰਾਤ ਨੂੰ ਵੀ ਨਾ ਦਿਸੇ, ਉਹਨੂੰ ਅਸੀਂ ਕੀ ਕਵਾਂਗੇ? ਉਹ ਅੰਨਾ ਹੈ। ਸਤਿਗੁਰੂ ਜੀ ਇਹੀ ਕਹਿ ਰਹੇ ਹਨ ਕਿ ਜਿਹੜੀ ਚੀਜ਼ ਹੈ ਪਰ ਉਹਨੂੰ ਨਹੀਂ ਦਿਸਦੀ, ਕਹੇ ਨਾਨਕ ਇਹ ਨੇਤਰ ਅੰਧ ਸੇ। ਹੁਣ ਹੈ, ਹਰ ਕਾ ਰੂਪ ਹੈ, ਇਹ ਹਰੀ ਦਾ ਰੂਪ ਦਿਸ ਰਿਹਾ, ਪ੍ਰਗਟ ਹੋ ਰਿਹਾ, ਉਹਦੇ ਚ ਉੱਭਰ ਉੱਭਰ ਕੇ ਸਾਹਮਣੇ ਆ ਰਿਹਾ ਹੈ, ਪਰ ਮੈਨੂੰ ਨਹੀਂ ਦਿਸ ਰਿਹਾ। ਤਾਂ ਫਿਰ ਮੇਰੇ ਨੇਤਰ ਜਿਹੜੇ ਨੇ, ਕਹੇ ਨਾਨਕ ਇਹ ਨੇਤਰ ਅੰਧ ਸੇ ਹਨ। ਤੇ ਜਿਹਨੂੰ ਉਹ ਚੀਜ਼ ਜੋ ਆਮ ਬੰਦੇ ਨੂੰ ਨਜ਼ਰ ਨਹੀਂ ਆ ਰਹੀ, ਜਿਵੇਂ ਮੈਂ ਆਪਣਾ ਜੋ ਗੱਲ ਸ਼ੇਅਰ ਕੀਤਾ ਐਕਸਪੀਰੀਅੰਸ, ਉਹ ਚੀਜ਼ ਜੋ ਮੈਨੂੰ ਵੀ ਨਹੀਂ ਸੀ ਦਿਸ ਰਹੀ, ਮੇਰੇ ਨਾਲ ਦਿਆਂ ਨੂੰ ਵੀ ਨਹੀਂ ਸੀ ਦਿਸ ਰਹੀ, ਭਾਵੇਂ ਅਸੀਂ ਸਮਝੀ ਬੈਠੇ ਸੀ ਕਿ ਸਾਨੂੰ ਦਿਸ ਰਹੀ। ਇਸ ਮੁਗਾਲਤੇ ਦੇ ਵਿੱਚ ਅਸੀਂ ਵੀ ਆਪਣਾ ਜੀਵਨ ਜੀ ਰਹੇ ਸੀ, ਪਰ ਉਹ ਦਿਸੀ ਮੈਨੂੰ ਉਦੋਂ ਜਦੋਂ ਸਤਿਗੁਰ ਮਿਲੇ ਵਾਲੀ ਅਵਸਥਾ ਆਈ। ਆਪਣੇ ਟੀਚਰ ਨੇ ਸਿਖਾਇਆ ਕਿ ਵੀ ਹਾਂ ਇਹ ਕਿੱਦਾਂ ਦੇਖਣਾ। ਫਿਰ ਉਹ ਨਜ਼ਰ ਦੇ ਵਿੱਚੋਂ ਸਾਨੂੰ ਸਪਸ਼ਟ ਦਿਸਣਾ ਸ਼ੁਰੂ ਹੋ ਗਿਆ, ਵਿਦਆਊਟ ਐਨੀ ਐਫਰਟ ਦਿਸਣਾ ਸ਼ੁਰੂ ਹੋ ਗਿਆ। ਫਿਰ 5 ਮਿੰਟ ਲਾਓ ਤੇ ਗੱਲ ਸਮਝ ਆ ਜਾਂਦੀ ਸੀ ਇਹਦੇ ਵਿੱਚ ਕੀ ਹੈ ਕੀ ਨਹੀਂ ਹੈ। ਦਿਵ ਦ੍ਰਿਸ਼ਟ ਇਹੀ ਹੈ। ਇਹ ਜੋ ਕਰਾਮਾਤੀ ਦਿਵ ਦ੍ਰਿਸ਼ਟ ਦੀਆਂ ਗੱਲਾਂ ਹੁੰਦੀਆਂ ਹਨ, ਉਹਨੂੰ ਆਪਾਂ ਛੱਡ ਦਈਏ, ਸਾਨੂੰ ਉਹਦੀ ਲੋੜ ਹੀ ਨਹੀਂ ਹੈ। ਜੋ ਹੈ ਸਾਨੂੰ ਉਹੀ ਦਿਸਣਾ ਸ਼ੁਰੂ ਹੋ ਜਾਏ ਤੇ ਸਾਡੇ ਲਈ ਤਾਂ ਉਹੀ ਦਿਵ ਦ੍ਰਿਸ਼ਟ ਹੈ, ਪਰ ਸਾਨੂੰ ਤਾਂ ਉਹ ਵੀ ਨਹੀਂ ਦਿਸ ਰਿਹਾ। ਜਿਹੜੇ ਸਤਿਗੁਰੂ ਕਹਿ ਰਹੇ ਹਨ ਕਿ ਸਾਹਮਣੇ ਸਪਸ਼ਟ ਹੈ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਤਾਂ ਜਦੋਂ ਤੱਕ ਅਸੀਂ ਆਪਣੇ ਪਰਾਏ ਇਸ ਐਨਕ ਦੇ ਵਿੱਚੋਂ ਅਸੀਂ ਜਗਤ ਨੂੰ ਦੇਖ ਰਹੇ ਹਾਂ, ਚੰਗੇ ਮਾੜੇ, ਪਿਆਰ ਤੇ ਨਫ਼ਰਤ, ਉਦੋਂ ਸਾਡੀ ਅਵਸਥਾ ਜਿਹੜੀ ਹੈ ਉਹ ਅੰਧਰਾਤੇ ਵਾਲੀ, ਜਾਂ ਉਹ ਕਹੀਏ ਕਿ ਅੰਨੇਪਨ ਵਾਲੀ ਅਵਸਥਾ ਹੈ। ਭਾਵ ਕਿ ਜੋ ਸਾਨੂੰ ਦੇਖਣਾ ਚਾਹੀਦਾ ਸੀ ਉਹ ਅਸੀਂ ਨਹੀਂ ਦੇਖ ਰਹੇ। ਹੁਣ ਇੱਥੇ ਆਪਾਂ ਇੱਕ ਗੱਲ ਕਰ ਲਈਏ ਕਿ ਕੀ ਸਤਿਗੁਰੂ ਜੀ ਸਾਨੂੰ ਨੇਤਰਾਂ ਦੇ ਉੱਤੇ ਹੀ ਫੋਕਸ ਕਰਨ ਲਈ ਕਹਿ ਰਹੇ ਹਨ, ਜਾਂ ਇਹ ਕੁਝ ਹੋਰ ਹੀ ਗੱਲ ਇੱਥੇ ਸਤਿਗੁਰੂ ਸਾਨੂੰ ਸਮਝਾ ਰਹੇ ਹਨ? ਇਹ ਵੀ ਸਾਨੂੰ ਥੋੜਾ ਜਿਹਾ ਸਮਝਣ ਦੀ ਲੋੜ ਹੈ, ਕਿਉਂਕਿ ਕੀ ਅੱਖਾਂ ਨਹੀਂ ਦੇਖਣਾ ਹੁੰਦਾ ਹੈ। ਆਓ ਪਹਿਲਾਂ ਅਗਲੀ ਪੌੜੀ ਦੀ ਵੀ ਵਿਚਾਰ ਕਰ ਲਈਏ, ਫਿਰ ਇਸ ਸਵਾਲ ਨੂੰ ਆਪਾਂ ਇੱਕ ਵਾਰੀ ਫੇਰ ਸਮਝਣ ਦੀ ਕੋਸ਼ਿਸ਼ ਕਰਾਂਗੇ। ਅਗਲੀ ਪੌੜੀ ਦੇ ਵਿੱਚ ਸਤਿਗੁਰੂ ਸਮਝਾ ਰਹੇ ਹਨ, ਇਹ ਸਰਵਣੋ ਮੇਰਿਓ ਸੱਚ ਹੈ, ਸੁਣਨਾ ਨੋ ਪਟਾ।
ਸਾਚੈ ਸੁਣਨਾ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਜਿਤ ਸੁਣੀ ਮਨ ਤਨ ਹਰਿਆ ਹੋਆ, ਦਸਨਾ ਰਸ ਸਮਾਣੀ। ਸੱਚ ਅਲਖ ਵਡਾਣੀ, ਤਾਂ ਕੀ ਗਤ ਕਹੀ ਨਾ ਜਾਏ। ਕਹੈ ਨਾਨਕ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ, ਸਾਚੈ ਸੁਣਨਾ ਨਾ ਪਠਾਏ। ਇਹ ਸ਼ਰਵਣੋ ਮੇਰਿਓ, ਇਹ ਮੇਰੀਓ, ਇਹ ਮੇਰੇ ਕੰਨੋ। ਇਹ ਜਿਹੜੇ ਸੁਣਨ ਵਾਲੇ ਜੰਤਰ ਸਾਡੇ ਸਿਰ ਦੇ ਦੋਨੋਂ ਪਾਸੇ ਲੱਗੇ ਹਨ, ਉਹਨਾਂ ਨੂੰ ਸਤਿਗੁਰੂ ਐਡਰੈਸ ਕਰਕੇ ਕਹਿ ਰਹੇ ਹਨ ਕਿ ਹੇ ਮੇਰੇ ਕੰਨੋ, ਸਾਚਾ ਉਸ ਸੱਚੇ ਨੇ, ਸਦਾ ਥਿਰ ਪ੍ਰਭੂ ਨੇ। ਸੁਣਨਾ ਨੋ ਪਠਾਏ, ਪਠਾਏ ਮਤਲਬ ਭੇਜੇ ਨੇ ਸੁਣਨ ਵਾਸਤੇ, ਤੁਸੀਂ ਸੁਣਿਆ ਕਰੋ। ਸਾਚਾ ਸੁਣਨਾ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਸਾਚਾ ਭਾਵ ਉਹ ਸੱਚੇ ਸਦਾ ਥਿਰ ਪ੍ਰਭੂ ਨੇ ਸੁਣਨੇ ਨੂੰ ਪਠਾਏ, ਸੁਣਨ ਵਾਸਤੇ ਭੇਜੇ ਨੇ। ਸਰੀਰ ਲਾਏ, ਸਰੀਰ ਦੇ ਵਿੱਚ ਲਗਾਏ ਨੇ, ਸਰੀਰ ਵਿੱਚ ਰੱਖੇ ਨੇ। ਸਤਿਗੁਰੂ ਕਹਿ ਰਹੇ ਹਨ ਸੁਣੋ, ਇਹ ਮੇਰੇ ਕੰਨੋਂ ਸੁਣੋ। ਪਰ ਕੀ ਸੁਣੋ? ਸਤ ਬਾਣੀ। ਸਤ ਭਾਵ ਉਹ ਸਦਾ ਥਿਰ ਪ੍ਰਭੂ ਦੀ ਬਾਣੀ, ਉਹ ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ, ਸਦਾ ਥਿਰ ਪ੍ਰਭੂ ਨਾਲ ਜੋੜਨ ਵਾਲੀ ਬਾਣੀ। ਇਹ ਸ਼ਰਵਣੋ ਮੇਰਿਓ, ਸਾਚਾ ਹੈ ਸੁਣਨਾ ਨੂੰ ਪਠਾਏ, ਸਾਚਾ ਹੈ ਸੁਣਨਾ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਸਤਿਗੁਰੂ ਕਹਿ ਰਹੇ ਹਨ ਕਿ ਇਹੀ ਬਾਣੀ ਸੁਣਨ ਦੇ ਲਈ ਤੁਹਾਨੂੰ ਸਰੀਰ ਦੇ ਨਾਲ ਲਾ ਕੇ ਭੇਜਿਆ ਭਾਈ। ਤੁਸੀਂ ਇਸੇ ਬਾਣੀ ਨੂੰ, ਭਾਵ ਉਸ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ, ਉਸ ਪ੍ਰਭੂ ਦੇ ਨਾਲ ਜੋੜਨ ਵਾਲੀ ਬਾਣੀ, ਪ੍ਰਭੂ ਦੇ ਨਾਲ ਜੁੜਿਆ ਹੋਇਆਂ ਦੀ ਬਾਣੀ, ਉਸ ਪ੍ਰਭੂ ਦਾ ਨਾਮ ਸਿਮਰਨ ਦੀ ਬਾਣੀ, ਇਹਨੂੰ ਸੁਣਿਆ ਕਰੋ। ਜਿਤ ਸੁਣੀ, ਜਿਹਦੇ ਸੁਣਨ ਨਾਲ, ਜਿਸ ਦੇ ਰਾਹੀਂ, ਜਿਸ ਦੇ ਸੁਣਨ ਦੇ ਰਾਹੀਂ ਮਨ ਤਨ ਹਰਿਆ ਹੋਆ। ਮਨ ਤੇ ਤਨ ਹਰਿਆ ਹੋਆ। ਹਰਿਆ ਕਿਹਾ ਜਾਂਦਾ ਹੈ ਜਦੋਂ ਕੋਈ ਬੂਟਾ ਸੁੱਕਾ ਪਿਆ ਹੋਵੇ, ਉਹਨੂੰ ਅੱਜ ਕੱਲ੍ਹ ਜਿਵੇਂ ਸਾਵਣ ਦਾ ਮਹੀਨਾ ਹੈ, ਜਦੋਂ ਉਹ ਡਿੱਗਦਾ ਹੈ ਪਾਣੀ ਅਕਾਲ ਪੁਰਖ ਦੀ ਬਖਸ਼ਿਸ਼ ਦੇ ਨਾਲ, ਸੁੱਕੇ ਹੋਏ ਬੂਟਿਆਂ ਦੇ ਵਿੱਚੋਂ ਇੱਕ ਰੁਮਲਾ ਬੂਟਾ ਹਰਿਆ ਹੋ। ਉਹ ਬੂਟਾ ਜਿਹਨੂੰ ਇਹ ਡਰ ਲੱਗਾ ਹੁੰਦਾ ਸੀ ਕਿ ਇੰਨੀ ਗਰਮੀ ਦੇ ਵਿੱਚ ਮੈਂ ਤਾਂ ਸੁੱਕ ਕੇ ਤੇ ਮਰ ਜਾਣਾ, ਉਹਦੇ ਚ ਅਚਾਨਕ ਜੀਵਨ ਫੁੱਟ ਪੈਂਦਾ, ਉਹਦੀ ਆਨੰਦ ਦੀ ਅਵਸਥਾ ਬਣ ਜਾਂਦੀ ਹੈ, ਖੁਸ਼ੀਆਂ ਆ ਜਾਂਦੀਆਂ ਹਨ। ਅਸੀਂ ਜਦੋਂ ਇਸ ਮੌਸਮ ਦੇ ਵਿੱਚ ਸੈਰ ਕਰਨ ਲਈ ਵੀ ਬਾਹਰ ਨਿਕਲਦੇ ਹਾਂ, ਕਿੱਥੇ ਪਹਿਲਾਂ ਸਭ ਕੁਝ ਬੜਾ ਬੁੱਸਿਆ ਬੁੱਸਿਆ, ਉਦਾਸ ਉਦਾਸ ਜਿਹਾ ਦਿਸਦਾ ਹੁੰਦਾ ਸੀ, ਤੇ ਹੁਣ ਇਉਂ ਲੱਗਦਾ ਕਿ ਸਾਰੇ ਖਿੜ ਕੇ ਖੁਸ਼ ਹੋ ਰਹੇ ਹਨ। ਹਰ ਬੂਟਾ ਖਿੜਿਆ ਹੋਇਆ ਹੈ, ਖੁਸ਼ ਹੈ। ਤੋ ਮਨ ਤਨ ਹਰਿਆ ਹੋਆ, ਮਨ ਵੀ ਆਨੰਦ ਦੇ ਨਾਲ ਭਰਪੂਰ ਹੋ ਚੁੱਕਾ, ਹਰਾ ਹੋ ਗਿਆ। ਰਸਨਾ ਰਸ ਸਮਾਨ। ਇਹ ਜਿਹੜੀ ਰਸਨਾ ਹੈ ਨਾ, ਰਸ ਸਮਾਣੀ, ਇਹ ਵੀ ਆਨੰਦ ਦੇ ਵਿੱਚ ਮਸਤ ਹੋ ਜਾਂਦੀ। ਇਹ ਪ੍ਰਭੂ ਦੀ ਸਿਫਤ ਸਲਾਹ ਸੁਣਿਆ ਕਰੋ, ਜਿਹਦੇ ਨਾਲ ਮਨ ਤੇ ਤਨ ਆਨੰਦਿਤ ਹੋ ਜਾਏ, ਰਸਨਾ ਵੀ ਰਸ ਦੇ ਨਾਲ ਸਮਾ ਜਾਏ। ਫਿਰ ਇਹਦੇ ਰਸਨਾ ਦੇ ਵਿੱਚੋਂ ਜੋ ਕੁਝ ਨਿਕਲੇਗਾ, ਜੋ ਸ਼ਬਦ ਨਿਕਲਣਗੇ, ਉਹ ਵੀ ਰਸ ਭਰਪੂਰ ਹੀ ਨਿਕਲਣਗੇ। ਕੁਦਰਤੀ ਗੱਲ ਹੈ, ਜਦੋਂ ਬੰਦਾ ਦੁਖੀ ਹੁੰਦਾ ਤੇ ਮਾੜੀਆਂ ਗੱਲਾਂ ਮੂੰਹੋਂ ਨਿਕਲਦੀਆਂ ਹਨ, ਜਦੋਂ ਬੰਦਾ ਖੁਸ਼ ਹੁੰਦਾ ਤੇ ਫਿਰ ਖੁਸ਼ੀ ਦੀਆਂ ਗੱਲਾਂ ਨਿਕਲਦੀਆਂ ਹਨ। ਰਸਨਾ ਰਸ ਸਮਾਨ। ਸਤਿਗੁਰੂ ਅੱਗੇ ਕਹਿੰਦੇ ਹਨ, ਸੱਚ ਅਲਖ ਵਿਡਾਣੀ। ਵਿਡਾਣੀ ਭਾਵ ਬੜੀ ਅਸਚਰਜ, ਕੋਈ ਅਸਚਰਜ ਗੱਲ ਹੋਵੇ ਉਹਨੂੰ ਵਿਡਾਣ ਕਿਹਾ ਜਾਂਦਾ। ਜਿਹਨੂੰ ਅਸੀਂ ਆਮ ਸਮਝ ਦੇ ਨਾਲ ਸਮਝ ਨਹੀਂ ਸਕਦੇ, ਉਹ ਵਿਡਾਣ ਹੁੰਦਾ। ਸਤਿਗੁਰੂ ਕਹਿੰਦੇ ਹਨ ਸੱਚ ਭਾਵ ਉਹ ਸਦਾ ਥਿਰ ਪ੍ਰਭੂ, ਜੋ ਜਿਸ ਦਾ ਅਸਚਰਜ ਰੂਪ ਹੈ, ਉਹ ਸਦਾ ਥਿਰ ਪ੍ਰਭੂ ਦਾ ਤਾਂ ਕਿ ਗਤ ਕਹੀ ਨਾ ਜਾਏ, ਜਿਹਦਾ ਅਸੀਂ ਦੱਸ ਹੀ ਨਹੀਂ ਸਕਦੇ ਕੁਝ। ਉਹਦੇ ਕੋਈ ਚੱਕਰ ਚਿਹਨ, ਉਹਦਾ ਕੋਈ ਰੂਪ ਕੀ ਹੈ, ਕਿੱਥੇ ਰਹਿੰਦਾ, ਅਸੀਂ ਉਹਦਾ ਕੁਝ ਨਹੀਂ ਦੱਸ ਸਕਦੇ। ਉਹਦੇ ਬੜਾ ਅਸਚਰਜ ਰੂਪ ਹੈ ਉਸ ਅਕਾਲ ਪੁਰਖ ਦਾ, ਕਿਉਂਕਿ ਅਸੀਂ ਮਿਲਣਾ ਉਹਨੂੰ ਹੈ, ਉਹਦੇ ਨਾਲ ਮਿਲਾਪ ਦੀ ਗੱਲ ਹੋ ਰਹੀ ਹੈ।
ਉਸ ਮਿਲਾਪ ਦੇ ਆਨੰਦ ਦੀ ਗੱਲ ਹੋ ਰਹੀ ਹੈ। ਸਤਿਗੁਰੂ ਕਹਿੰਦੇ ਹਨ ਕਿ ਉਸ ਪ੍ਰਭੂ ਦੇ ਨਾਲ ਮਿਲਾਪ ਦੀ ਬਾਣੀ ਗਾ, ਉਹਦੇ ਗੁਣ ਗਾ, ਉਹਦੀ ਸਿਫਤ ਸਲਾਹ ਦੀ ਬਾਣੀ ਗਾ। ਉਹ ਪ੍ਰਭੂ ਜਿਹੜਾ ਬੜਾ ਅਚਰਜ ਰੂਪ ਹੈ, ਜਿਹਦਾ ਰੂਪ ਕੋਈ ਦੱਸਿਆ ਨਹੀਂ ਜਾ ਸਕਦਾ, ਕਹੈ ਨਾਨਕ ਅੰਮ੍ਰਿਤ ਨਾਮ ਸੁਣੋ। ਉਹਨੂੰ ਕੰਨਾਂ ਨੂੰ ਕਹਿ ਰਹੇ ਹਨ ਕਿ ਆਤਮਕ ਆਨੰਦ ਦੇਣ ਵਾਲਾ ਨਾਮ ਸੁਣਿਆ ਕਰ। ਕਿਉਂਕਿ ਸਤਿਗੁਰੂ ਜੀ ਨੇ ਪਹਿਲਾਂ ਕਿਹਾ ਨਾ ਕਿ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ। ਇਹ ਆਨੰਦ ਦੀ ਅਵਸਥਾ ਹੀ ਹੈ ਵੀ ਉਹਦੇ ਗੁਣ ਗਾਉਣ ਦੇ ਨਾਲ ਆਨੰਦ ਪ੍ਰਾਪਤ ਹੁੰਦਾ ਹੈ। ਹੁਣ ਸਤਿਗੁਰੂ ਜੀ ਕਹਿ ਰਹੇ ਹਨ ਕਹੈ ਨਾਨਕ ਅੰਮ੍ਰਿਤ ਨਾਮ ਸੁਣੋ। ਇਹ ਜਿਹੜਾ ਆਤਮਕ ਆਨੰਦ ਦੇਣ ਵਾਲਾ ਨਾਮ ਹੈ, ਉਸ ਪ੍ਰਭੂ ਦੀ ਸਿਫਤ ਸਲਾਹ ਹੈ, ਉਸਤਤ ਹੈ, ਉਸਦੇ ਗੁਣ ਹਨ। ਜਾਂ ਕਹਿ ਲਈਏ ਕਿ ਇਹ ਜੋ ਗੁਰਬਾਣੀ ਜਿਹੜੀ ਉਸ ਦੇ ਨਾਮ ਦਾ ਸਰੂਪ ਹੈ, ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋ। ਇਹ ਸੁਣਨ ਨਾਲ ਤੁਸੀਂ ਪਵਿੱਤਰ ਹੋ ਜਾਓਗੇ। ਸਾਚੈ ਸੁਣਨੈ ਨੋ ਪਠਾਏ। ਇਹ ਜੋ ਉਸ ਪ੍ਰਭੂ ਨੇ, ਸਾਚੈ ਨੇ, ਉਸ ਸਦਾ ਥਿਰ ਪ੍ਰਭੂ ਨੇ ਇਹ ਕੁਝ ਸੁਣਨ ਦੇ ਲਈ ਤੁਹਾਨੂੰ ਭੇਜਿਆ ਹੈ, ਇਸ ਸਰੀਰ ਦੇ ਨਾਲ, ਇਸ ਜਗਤ ਦੇ ਨਾਲ। ਤੋ ਹੇ ਮੇਰੇ ਕੰਨੋ ਸੁਣੋ ਸਤ ਬਾਣੀ। ਉਹੀ ਉਸ ਪ੍ਰਭੂ ਨਾਲ ਜੋੜਨ ਵਾਲੀ ਬਾਣੀ ਨੂੰ ਸੁਣਿਆ। ਪਰ ਸਾਡੀ ਅਵਸਥਾ ਕੀ ਹੈ? ਕੰਨ ਤਾਂ ਸਾਡੇ ਵੀ ਹਨ। ਅਸੀਂ ਕੀ ਸੁਣਦੇ ਹਾਂ? ਸਾਨੂੰ ਸਭ ਤੋਂ ਜ਼ਿਆਦਾ ਸਵਾਦ ਤੇ ਉਦੋਂ ਆਉਂਦਾ ਹੈ ਜਦੋਂ ਕਿਸੇ ਦੂਜੇ ਨੂੰ ਮਾੜਾ ਕਹੀਏ, ਨਿੰਦਾ ਚੁਗਲੀ ਕਰੀਏ। ਉਸ ਤੋਂ ਬਾਅਦ ਦੂਜੇ ਨੰਬਰ ਤੇ ਸਾਨੂੰ ਸਵਾਦ ਆਉਂਦਾ ਹੈ ਜਦੋਂ ਸਾਡੀਆਂ ਸਰੀਰ ਦੀਆਂ ਮਾੜੀਆਂ ਭਾਵਨਾਵਾਂ ਨੂੰ ਭੜਕਾਉਣ ਵਾਲੀਆਂ ਗੱਲਾਂ ਹੋਣ ਤੇ ਸਾਨੂੰ ਬਹੁਤ ਸਵਾਦ ਆਉਂਦਾ। ਇਹ ਮੇਰਾ ਹੈ, ਇਹ ਤੇਰਾ ਹੈ, ਇਹਨੂੰ ਕਿਵੇਂ ਠਿੱਬੀ ਲਾਣੀ ਹੈ, ਕਿਵੇਂ ਇਹਨੂੰ ਥੱਲੇ ਡੇਗਣਾ, ਤਾਂ ਬੜਾ ਸਵਾਦ ਆਉਂਦਾ। ਤਾਂ ਸਾਨੂੰ ਉਹਨਾਂ ਚੀਜ਼ਾਂ ਦਾ ਚਸਕਾ ਹੈ ਸੁਣਨ ਦਾ ਜਿਹਦੇ ਨਾਲ ਮਨ ਦੇ ਵਿੱਚ ਆਨੰਦ ਪੈਦਾ ਹੋ ਹੀ ਨਹੀਂ ਸਕਦਾ। ਪਰ ਅਸੀਂ ਕਰੀ ਇਹੀ ਕੁਝ ਜਾਂਦੇ ਹਾਂ। ਆਤਮਕ ਆਨੰਦ ਉਹਨੂੰ ਹੀ ਪ੍ਰਾਪਤ ਹੋ ਸਕਦਾ ਹੈ ਜਿਹੜੇ ਪ੍ਰਭੂ ਦੇ ਨਾਲ ਜੁੜੇ ਹੋਏ। ਪਹਿਲਾਂ ਸਤਿਗੁਰੂ ਜੀ ਨੇ ਅੱਖਾਂ ਦੀ ਗੱਲ ਕੀਤੀ ਹੈ ਤੇ ਹੁਣ ਸਤਿਗੁਰੂ ਜੀ ਕੰਨਾਂ ਦੀ ਗੱਲ ਕਰ ਰਹੇ ਹਨ। ਇਸ ਸ਼ਬਦ ਦੇ ਵਿੱਚ ਮਨ ਦੀ ਵੀ ਗੱਲ ਕੀਤੀ ਹੈ, ਤਨ ਦੀ ਵੀ ਗੱਲ ਕੀਤੀ ਹੈ, ਤੇ ਰਸਨਾ ਦੀ ਵੀ ਗੱਲ ਕੀਤੀ। ਹੁਣ ਇਹ ਸਾਰੇ ਸਾਡੇ ਸਰੀਰ ਦੇ ਮੁੱਖ ਅੰਗ ਹਨ। ਜਿਹੜੇ ਮੁੱਖ ਅੰਗ ਹਨ ਉਹਨਾਂ ਨੂੰ ਅਸੀਂ ਇੱਕ ਖਾਸ ਦਰਜਾ ਦੇ ਕੇ ਇੰਦਰੀ ਕਹਿ ਦਿੱਤਾ ਹੈ। ਤਾਂ ਸਾਰੇ ਅੰਗ ਹੀ ਹਨ, ਇਹਨਾਂ 'ਚ ਕੋਈ ਫਰਕ ਕੋਈ ਨਹੀਂ ਹੈ। ਜਿਸ ਮੇਰੇ ਪੈਰ ਜਿਹੜੇ ਹਨ ਉਹ ਮੇਰੇ ਚੱਲਣ ਵਾਲੇ ਅੰਗ ਹਨ, ਤਾਂ ਕੀ ਮੇਰੀਆਂ ਲੱਤਾਂ, ਗੋਡੇ ਜਾਂ ਹੋਰ ਮੇਰੇ ਸਰੀਰ ਦੇ ਅੰਗ, ਮੇਰੀ ਰੀੜ੍ਹ ਦੀ ਹੱਡੀ, ਇਹ ਇੰਪੋਰਟੈਂਟ ਨਹੀਂ ਹਨ। ਹੈ ਤਾਂ ਸਾਰੇ। ਅਸੀਂ ਸਿਰਫ ਗੱਲ ਨੂੰ ਸਮਝਣ ਦੇ ਖਾਤਰ ਅਸੀਂ ਕੁਝ ਕਿਸੇ ਚੀਜ਼ ਨੂੰ ਲੈ ਕੇ ਗੱਲ ਕਰ ਲੈਂਦੇ। ਤਾਂ ਉਹਨਾਂ ਨੂੰ ਅਸੀਂ ਨਾਮ ਦੇ ਦਿੱਤਾ, ਵਿਸ਼ੇਸ਼ ਨਾਮ ਦੇ ਦਿੱਤਾ। ਇੰਦਰੀ ਹਨ, ਕਿਸੇ ਨੂੰ ਗਿਆਨ ਇੰਦਰੀ ਕਹਿ ਦਿੱਤਾ, ਕਿਸੇ ਨੂੰ ਕਰਮ ਇੰਦਰੀ ਕਹਿ ਦਿੱਤਾ। ਇਹ ਸਿਰਫ ਸਮਝਣ ਦੇ ਵਾਸਤੇ ਕੀਤੀਆਂ ਹੋਈਆਂ ਕਲਾਸੀਫਿਕੇਸ਼ਨਸ ਆ। ਜਿਵੇਂ ਕਿ ਅੱਗੇ ਵੀ ਆਪਾਂ ਗੱਲ ਕੀਤੀ ਸੀ, ਇਹ ਕੋਈ ਵਾਟਰ ਟਾਈਟ ਡੈਫੀਨੇਸ਼ਨਸ ਨਹੀਂ ਹੈਗੀਆਂ। ਇਹਨਾਂ ਦੇ ਉਲਝਣ ਵਿੱਚ ਨਹੀਂ ਪੈਣਾ। ਆਪਾਂ ਗੱਲ ਦੇ ਤੱਤ ਤੱਕ ਪਹੁੰਚਣਾ ਹੈ ਕਿ ਸਤਿਗੁਰੂ ਜੀ ਸਾਨੂੰ ਸਮਝਾ ਕੀ ਰਹੇ। ਹੁਣ ਇੱਥੇ ਸਤਿਗੁਰੂ ਜੀ ਕਹਿ ਰਹੇ ਹਨ ਕਿ ਉਸੇ ਮਨੁੱਖ ਨੂੰ ਹੀ ਗਿਆਨ ਪ੍ਰਾਪਤ ਹੋ ਸਕਦਾ ਹੈ। 2 ਪੌੜੀਆਂ ਦੇ ਵਿੱਚ ਉਹਨਾਂ ਨੇ ਕਾਫੀ ਸਾਰੇ ਇੰਦਰੀਆਂ ਦਾ ਜ਼ਿਕਰ ਕਰ ਦਿੱਤਾ। ਨੇਤਰਾਂ ਦੀ ਗੱਲ ਹੋ ਗਈ, ਕੰਨਾਂ ਦੀ, ਮਨ ਦੀ, ਤਨ ਦੀ, ਰਸਨਾ ਦੀ। ਤਾਂ ਸਤਿਗੁਰੂ ਜੀ ਨੇ ਅਸਲ ਦੇ ਵਿੱਚ ਤਾਂ ਸਾਰੇ ਹੀ ਗਿਆਨ ਇੰਦਰੀਆਂ ਦੀ ਗੱਲ ਇੱਥੇ ਸਮਾ ਦਿੱਤੀ। ਇਹ ਗਿਣਤੀਆਂ ਵਿੱਚ ਨਾ ਪਈਏ। ਇੱਥੇ ਸਤਿਗੁਰੂ ਸਾਨੂੰ ਸਾਰੇ ਹੀ ਗਿਆਨ ਇੰਦਰੀਆਂ ਦੀ ਗੱਲ ਕਹਿ ਰਹੇ ਹਨ। ਭਾਵ ਅਸੀਂ ਸਰੀਰ ਦੇ ਨਾਲ ਜਿਸ ਹਿੱਸੇ ਨਾਲ ਜੋ ਕੰਮ ਕਰਦੇ ਆ ਉਹ ਸਾਰਿਆਂ ਨੂੰ ਆਪਾਂ ਵਿੱਚੇ ਗਿਣ ਲਈਏ। ਇਹ ਗਿਣਤੀਆਂ ਦੇ ਵਿੱਚ ਨਾ ਪਈਏ। ਇਹ ਕਿਉਂਕਿ ਗੱਲ ਅਸਲ ਦੇ ਵਿੱਚ ਇੰਦਰੀਆਂ ਦੀ ਵੀ ਨਹੀਂ ਹੈ, ਇਹ ਨੇਤਰਾਂ ਦੀ ਵੀ ਨਹੀਂ ਹੈ, ਕੰਨਾਂ ਦੀ ਵੀ ਨਹੀਂ ਹੈ, ਰਸਨਾ ਦੀ ਵੀ ਨਹੀਂ ਹੈ, ਜਾਂ ਹੋਰ ਵੀ ਨਹੀਂ। ਗੱਲ ਤਾਂ ਅਸਲ ਦੇ ਵਿੱਚ ਮਨ ਦੀ ਹੈ। ਕਿਉਂਕਿ ਇਹ ਸਾਰੇ ਜਿਹੜੇ ਇੰਦਰੀ ਹਨ, ਚਾਹੇ ਕਰਮ ਇੰਦਰੀ ਹਨ, ਚਾਹੇ ਗਿਆਨ ਇੰਦਰੀ ਹਨ, ਇਹ ਹੈ ਤਾਂ ਮਨ ਦੇ ਟੂਲਸ ਹਨ। ਮਨ ਇਹਨਾਂ ਨੂੰ ਵਰਤ ਕੇ ਆਪਣਾ ਕੰਮ ਕਰਦਾ ਹੈ। ਤੇ ਜਦੋਂ ਅਸੀਂ ਸਤਿਗੁਰੂ ਜੀ ਨੇ ਪਹਿਲਾਂ ਨੇਤਰਾਂ ਦੀ ਗੱਲ ਕੀਤੀ ਹੈ, ਹੁਣ ਕੰਨਾਂ ਦੀ ਗੱਲ ਕੀਤੀ ਹੈ, ਜ਼ਰਾ ਆਪਾਂ ਸੋਚੀਏ ਕੀ ਹੋ ਸਕਦਾ ਕਿ ਮੇਰੇ ਸਿਰਫ ਨੇਤਰ ਪਵਿੱਤਰ ਹੋ ਜਾਣ, ਬਾਕੀ ਮੇਰਾ ਜੀਵਨ ਅਪਵਿੱਤਰ ਹੀ ਹੋਵੇ, ਜਾਂ ਮੇਰੇ ਕੰਨ ਪਵਿੱਤਰ ਹੋ ਜਾਣ, ਜਾਂ ਮੇਰੀ ਰਸਨਾ ਪਵਿੱਤਰ ਹੋ ਜਾਏ, ਤੇ ਬਾਕੀ ਮੇਰੇ ਸਾਰੇ ਜਿਹੜੇ ਇੰਦਰੀ ਨੇ ਉਹ ਕਰਪਟਡ ਹੀ ਹੋਣ। ਕੀ ਇਸ ਤਰ੍ਹਾਂ ਹੋ ਸਕਦਾ ਹੈ?
ਇਸੇ ਕਰਕੇ ਸਤਿਗੁਰੂ ਨੇ ਇੱਥੇ ਗੱਲ ਕਰ ਦਿੱਤੀ। ਗੱਲ ਤਾਂ ਕਰ ਰਹੇ ਸਨ ਕੰਨਾਂ ਦੀ, ਸੁਣਨ ਦੀ ਗੱਲ ਕਰ ਰਹੇ ਸਨ, ਸਤ ਬਾਣੀ ਦੇ ਸੁਣਨ ਦੀ ਗੱਲ ਕਰ ਰਹੇ ਸਨ। ਤੇ ਸਤਿਗੁਰੂ ਜੀ ਨੇ ਕੀ ਕਿਹਾ? ਜਿਤ ਸੁਣੀ ਉਸ ਪ੍ਰਭੂ ਦੀ ਸਿਫਤ ਸਲਾਹ ਵਾਲੀ ਬਾਣੀ ਸੁਣੀ। ਫਿਰ ਕੰਨ ਹਰੇ ਹੋਣੇ ਚਾਹੀਦੇ ਸਨ? ਨਹੀਂ, ਮਨ ਤਨ ਹਰਿਆ ਹੋਆ, ਸਾਰਾ ਕੁਝ ਹਰਿਆ ਹੋ ਗਿਆ, ਸਭ ਵਿੱਚ ਆਨੰਦ ਛਾ ਗਿਆ, ਰਸਨਾ ਦੇ ਵਿੱਚ ਵੀ ਰਸ ਸਮਾ ਗਿਆ। ਤਾਂ ਸਤਿਗੁਰੂ ਜੀ ਅਸਲ ਦੇ ਵਿੱਚ ਗੱਲ ਕਿਸੇ ਖਾਸ ਇੰਦਰੇ ਦੀ, ਮਸਲਾ ਇੰਦਰੇ ਦਾ ਨਹੀਂ ਹੈ, ਮਸਲਾ ਮਨ ਦਾ ਹੈ। ਇਹ ਸਾਨੂੰ ਸਮਝਾ ਮਨ ਦੀ ਗੱਲ ਜਿਹੜੀ ਹੈ ਇੰਦਰੀਆਂ ਦੇ ਰਾਹੀਂ ਰਹੇ ਹਨ। ਔਰ ਉਹਦਾ ਇੱਕ ਖਾਸ ਕਾਰਨ ਹੈ ਕਿ ਸਾਡੇ ਵਰਗੇ ਟੁਚਰਾਂ ਡਾਹਣ ਵਾਲੇ ਜਿਹੜੇ ਬੰਦੇ ਹਨ, ਉਹਨਾਂ ਨੂੰ ਗੱਲ ਸਿੱਧੇ ਤਰੀਕੇ ਨਾਲ ਮਨ ਦੀ ਨਹੀਂ ਸਮਝਾਈ ਜਾ ਸਕਦੀ, ਕਿਉਂਕਿ ਮਨ ਤਾਂ ਸੂਖਮ ਹੈ। ਸਤਿਗੁਰੂ ਜੀ ਨੇ ਮੈਨੂੰ ਕਿਹਾ ਕਿ ਮਨ ਨੂੰ ਪਵਿੱਤਰ ਕਰ। ਹੁਣ ਮਨ ਤਾਂ ਕਿਸੇ ਨੂੰ ਦਿਸਦਾ ਨਹੀਂ, ਮੈਂ ਡਿਕਲੇਅਰ ਕਰਤਾ ਜੀ ਕਿ ਮੇਰਾ ਮਨ ਪਵਿੱਤਰ ਹੋ ਗਿਆ, ਕਿੰਨੇ ਦੇਖਿਆ? ਪਰ ਜੇ ਮੈਂ ਕਹਾਂਗਾ ਮੇਰੀਆਂ ਅੱਖਾਂ ਪਵਿੱਤਰ ਨੇ, ਤੇ ਉਹਦਾ ਤੇ ਪਤਾ ਲੱਗ ਜਾਏਗਾ ਨਾ। ਮੈਂ ਸੜਕ ਤੇ ਤੁਰਿਆ ਜਾਂਦਾ, ਮੈਂ ਕਿਸ ਨੂੰ ਕਿਸ ਭੈੜੀ ਚੰਗੀ ਨਜ਼ਰ ਨਾਲ ਦੇਖ ਰਿਹਾ, ਉਹ ਤੇ ਪਤਾ ਲੱਗ ਜਾਏਗਾ। ਸਾਰੀ ਦੁਨੀਆ ਨੂੰ ਪਤਾ ਲੱਗਦਾ, ਸਾਨੂੰ ਵੀ ਪਤਾ ਲੱਗਦਾ ਕੋਈ ਕਿਸੇ ਦੂਜੇ ਨੂੰ ਕਿਸ ਨਜ਼ਰ ਨਾਲ ਦੇਖ ਰਿਹਾ, ਤੇ ਬਾਕੀਆਂ ਨੂੰ ਵੀ ਤਾਂ ਲੱਗੇਗਾ ਨਾ। ਤਾਂ ਗੱਲ ਨੇਤਰਾਂ ਦੇ ਪਵਿੱਤਰ ਹੋਣ ਦੀ ਨਹੀਂ, ਸਰਵਣਾਂ ਦੇ ਪਵਿੱਤਰ ਹੋਣ ਦੀ ਨਹੀਂ, ਗੱਲ ਅਸਲ ਦੇ ਵਿੱਚ ਮਨ ਦੀ ਹੈ। ਕਦੀ ਵੀ ਸਾਡਾ ਕੋਈ ਇੱਕ ਇੰਦਰਾ ਪਵਿੱਤਰ ਨਹੀਂ ਹੋਣਾ। ਜਦੋਂ ਪਵਿੱਤਰ ਹੋਣਾ ਉਹ ਮਨ ਨੇ ਪਵਿੱਤਰ ਹੋਣਾ ਹੈ, ਪਵਿੱਤਰ ਮਨ ਨਹੀਂ ਹੋਣਾ, ਇੰਦਰੀਆਂ ਨੇ ਨਹੀਂ ਪਵਿੱਤਰ ਹੋਣਾ। ਤੇ ਜਿਸ ਦਿਨ ਮਨ ਪਵਿੱਤਰ ਹੋ ਗਿਆ, ਫਿਰ ਸਾਰੇ ਇੰਦਰੇ ਪਵਿੱਤਰ ਹੋ ਗਏ। ਫਿਰ ਇੱਕ ਇੱਕ ਦਾ ਸਾਨੂੰ ਹਿਸਾਬ ਰੱਖਣ ਦੀ ਲੋੜ ਨਹੀਂ ਪੈਣੀ। ਤਾਂ ਕੀ ਅਰਥ ਹੈ? ਨਾ ਅਸੀਂ ਇੱਕ ਇੱਕ ਇੰਦਰੇ ਨੂੰ ਪਵਿੱਤਰ ਕਰ ਸਕਦੇ ਹਾਂ, ਤੇ ਜੇ ਮਨ ਨੂੰ ਪਵਿੱਤਰ ਹੋ ਜਾਏ ਸਾਡਾ ਗੁਰੂ ਦੀ ਸ਼ਰਨ ਦੇ ਵਿੱਚ ਪੈ ਕੇ, ਤਾਂ ਬਾਕੀ ਇੰਦਰੇ ਤਾਂ ਆਪੇ ਹੀ ਨਾ, ਇਹ ਸਾਰਾ ਹੀ ਇੰਦਰੀਆਂ ਦਾ ਰਾਜਾ ਹੈ, ਬਾਕੀ ਸਾਰੇ ਇਹਦੇ ਨੌਕਰ ਹਨ, ਉਹਦੇ ਟੂਲਸ ਹਨ। ਜਿਵੇਂ ਉਹ ਚਾਹੁੰਦਾ ਇਹਨਾਂ ਨੂੰ ਵਰਤਦਾ ਹੈ, ਕਰ ਹੀ ਹੋ ਸਕਦੇ ਹਨ ਜੋ ਮਨ ਕਹਿੰਦਾ ਹੈ। ਤਾਂ ਗੱਲ ਤਾਂ ਅਸਲ ਦੇ ਵਿੱਚ ਇੱਥੇ ਸਤਿਗੁਰੂ ਜੀ ਮਨ ਦੀ ਸਮਝਾ ਰਹੇ। ਇਸੇ ਕਰਕੇ ਜ਼ਿਕਰ ਕਰ ਦਿੱਤਾ ਹੈ ਸਤਿਗੁਰੂ ਜੀ ਨੇ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਨੀ। ਮਨ ਦੀ ਵੀ ਗੱਲ ਹੋ ਗਈ ਤੇ ਤਨ ਦੀ ਵੀ ਗੱਲ ਹੋ ਗਈ। ਭਾਵ ਕਿ ਸਭ ਕੁਝ ਪਵਿੱਤਰ ਹੋ ਗਿਆ, ਆਨੰਦਿਤ ਹੋ ਗਿਆ, ਸਭ ਕੁਝ ਦੀ ਉਹ ਅਵਸਥਾ ਹੋ ਗਈ ਜਿਹੜੀ ਪ੍ਰਭੂ ਦੇ ਮਿਲਾਪ ਦੇ ਵਿੱਚੋਂ ਪ੍ਰਾਪਤ ਹੁੰਦੀ ਹੈ। ਤਾਂ ਮੇਰਾ ਮਨ ਉਦੋਂ ਹੀ ਪਵਿੱਤਰ ਹੈ, ਜਿਵੇਂ ਸਤਿਗੁਰੂ ਜੀ ਨੇ ਪਹਿਲੇ ਅੱਖਾਂ ਦੀ ਗੱਲ ਕੀਤੀ ਹੈ। ਜਿਵੇਂ ਅੱਖਾਂ ਪਵਿੱਤਰ ਹੋਣਗੀਆਂ, ਇਹ ਨੇਤਰ ਅੰਧ ਸੇ ਸਤਿਗੁਰੂ ਮਿਲਿਆ ਦਿਵ ਦ੍ਰਿਸ਼ਟ। ਸਤਿਗੁਰੂ ਨਹੀਂ ਮਿਲਿਆ, ਸਤਿਗੁਰੂ ਦੀ ਸ਼ਰਨ ਦੇ ਵਿੱਚ ਮੈਂ ਨਹੀਂ ਪਿਆ, ਤੇ ਅੱਖਾਂ ਅੰਨੀਆਂ ਨੇ। ਸਤਿਗੁਰੂ ਦੀ ਸ਼ਰਨ ਦੇ ਵਿੱਚ ਮੈਂ ਨਹੀਂ ਪਿਆ, ਤੇ ਮੇਰੇ ਕੰਨ ਬੋਲੇ ਨੇ। ਸਤਿਗੁਰੂ ਦੇ ਵਿੱਚ ਮੈਂ ਸ਼ਰਨ ਦੇ ਵਿੱਚ ਨਹੀਂ ਪਿਆ, ਤੇ ਮੇਰੀ ਰਸਨਾ ਗੂੰਗੀ ਹੈ। ਔਰ ਹੈ ਵੀ ਇਹੀ ਗੱਲ ਹੈ ਕਿ ਜਿਹੜਾ ਕੰਮ ਮੇਰੇ ਜੀਵਨ ਦਾ ਸਭ ਤੋਂ ਜ਼ਰੂਰੀ ਸੀ, ਉਹ ਮੈਂ ਨਹੀਂ ਕੀਤਾ, ਤੇ ਫਿਰ ਮੈਂ ਇਹ ਸਮਝੇ ਨਾ ਕਿ ਅੱਖਾਂ ਨਹੀਂ ਹਨ। ਮੈਂ ਘਰ ਦੇ ਵਿੱਚ 20 ਸਾਲ ਤੋਂ 50 ਸਾਲ ਤੋਂ ਰਹਿ ਰਿਹਾ, ਮੈਨੂੰ ਘਰ ਦੇ ਮੈਂ ਹੱਥੀਂ ਬਣਾਇਆ ਹੋਇਆ, ਘਰ ਦੀ ਇੱਕ ਇੱਕ ਚੀਜ਼ ਮੈਂ ਹੱਥੀਂ ਬਣਾਈ ਹੈ। ਪਰ ਰਾਤ ਨੂੰ ਕਿਤੇ ਬਿਜਲੀ ਨਾ ਹੋਵੇ, ਮੈਂ ਹਨੇਰੇ ਦੇ ਵਿੱਚ ਉੱਠਾਂ, ਤੇ ਮੈਂ 6 ਵਾਰੀ ਠੁੱਡੇ ਖਾ ਕੇ ਤੇ ਗਿਰ ਜਾਂਦਾ। ਤੇ ਮੈਨੂੰ ਇੱਕ ਯਾਦ ਆ ਰਹੀ ਹੈ ਗੱਲ, ਇੱਕ ਪੰਥ ਦੀ ਮਹਾਨ ਹਸਤੀ ਹੈ, ਚਲੋ ਇੱਥੇ ਹੁਣ ਪਰਸਨਲ ਦੀ ਗੱਲ ਆਪਾਂ ਨਾ ਕਰੀਏ, ਨਾਮ ਨਹੀਂ ਮੈਂ ਲੈਂਦਾ। ਉਹ ਗੁਰੂ ਦੇ ਬੜੇ ਵੱਡੇ ਕੀਰਤਨੀ, ਹੋਰ ਵੀ ਬੜੀਆਂ ਘਾਲਨਾਵਾਂ ਉਹਨਾਂ ਨੇ ਕੀਤੀਆਂ, ਬਹੁਤ ਸਤਿਕਾਰ ਹੈ ਉਹਨਾਂ ਦਾ। ਉਹ ਇੱਥੇ ਕਿਤੇ ਪ੍ਰੋਗਰਾਮ ਤੇ ਚੰਡੀਗੜ੍ਹ ਆਏ, ਕਿਸੇ ਦੇ ਘਰ ਰਹੇ, ਤੇ ਉਹ ਸੱਜਣ ਨੇ ਮੈਨੂੰ ਗੱਲ ਦੱਸੀ, ਕਹਿੰਦੇ ਵੀ ਜਦੋਂ ਆਏ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਮੈਨੂੰ ਆਪਣਾ ਜਿੱਥੇ ਸੌਣਾ ਹੈ, ਸਾਡਾ ਕਮਰਾ, ਉਹ ਦਿਖਾ ਦਿਓ। ਉੱਥੇ ਪਹੁੰਚੇ ਤੇ ਉਹ ਕਹਿੰਦੇ ਇਹ ਮੰਜਾ ਇੱਕ ਵਾਰੀ ਮੰਜੇ ਤੇ ਬਿਠਾ ਦਿਓ। ਸਾਰਾ ਉਹਨਾਂ ਨੇ ਜੱਜ ਕਰ ਲਿਆ, ਤੇ ਫਿਰ ਕਹਿੰਦੇ ਬਾਥਰੂਮ ਕਿੱਥੇ ਹੈ, ਹੱਥ ਫੜ ਕੇ ਉੱਥੇ ਲੈ ਜਾਓ, ਪਾਣੀ ਕਿੱਥੇ ਪਿਆ, ਫ੍ਰਿਜ ਕਿੱਥੇ, ਜਿਹੜੀ ਜਿਹੜੀ ਉਹਨਾਂ ਦੀ ਲੋੜ ਸੀ ਉਹਨਾਂ ਨੇ ਇੱਕ ਇੱਕ ਚੀਜ਼ ਦਾ ਨਾਮ ਲਿਆ, ਵੀ ਮੈਨੂੰ ਉੱਥੇ ਤੱਕ ਲੈ ਚੱਲ ਇੱਕ ਵਾਰ। ਉਹ ਸੱਜਣ ਕਹਿੰਦਾ ਕਿ 3 ਦਿਨ ਉਸ ਤੋਂ ਬਾਅਦ ਮੇਰੇ ਘਰ ਰਹੇ ਨੇ। ਜਦੋਂ ਇੱਕ ਵਾਰੀ ਆਪਣੇ ਕਮਰੇ 'ਚ ਪਹੁੰਚ ਜਾਂਦੇ ਸਨ, ਤੇ ਉਸ ਤੋਂ ਬਾਅਦ ਉਹ ਘਰ ਦੀ ਕਿਸੇ ਚੀਜ਼ ਦੀ ਥਾਂ ਕਿੱਥੇ ਪਈ ਹੈ, ਕਿੱਥੇ ਰੱਖਣੀ ਹੈ, ਉਹਨਾਂ ਨੇ ਕਦੀ ਪੁੱਛਿਆ ਹੀ ਨਹੀਂ। ਦਿਨ ਹੋਵੇ ਰਾਤ ਹੋਵੇ ਤੇ ਉਸੇ ਤਰ੍ਹਾਂ ਹੀ ਹੈ। ਤੇ ਮੈਂ ਉਸ ਘਰ ਦੇ ਵਿੱਚ ਰਹਿੰਦੇ ਆ, ਮੈਨੂੰ 20 ਸਾਲ 50 ਸਾਲ ਹੋ ਗਏ ਨੇ, ਪਰ ਮੈਂ ਤਾਂ ਹਰ ਵੇਲੇ ਮੰਜਿਆਂ ਨਾਲ ਹੀ ਠੋਕਰਾਂ ਲਈ ਜਾਂਦਾ, ਦਰਵਾਜ਼ਿਆਂ 'ਚ ਹੀ ਵੱਜੀ ਜਾਂਦਾ, ਕੰਧਾਂ 'ਚ ਹੀ ਵੱਜੀ ਜਾ ਰਿਹਾ। ਤੇ ਕੌਣ ਅੰਨਾ ਹੈ? ਕਿਉਂ ਅੰਨਾ? ਜਦੋਂ ਸਰੀਰਕ ਅੱਖਾਂ ਨਹੀਂ ਮਿਲੀਆਂ? ਨਹੀਂ, ਅੰਨਾ ਉਹ ਹੈ ਕਿ ਜਿਹਦੀਆਂ ਅੱਖਾਂ ਉਹ ਕੰਮ ਨਹੀਂ ਕਰ ਪਾਉਂਦੀਆਂ। ਪਰ ਕੰਮ ਅੱਖਾਂ ਨੇ ਥੋੜੀ, ਕੰਮ ਤੇ ਮਨ ਨੇ ਕਰਨਾ। ਮੇਰਾ ਮਨ ਨੇ ਸਮਝਿਆ ਹੀ ਨਹੀਂ ਕਿ ਮੇਰਾ ਮੰਜਾ ਕਿੱਥੇ ਪਿਆ, ਮੇਰਾ
ਕਿਹੜੇ ਘਰ ਦੇ ਵਿੱਚ ਕਿਹੜੀ ਚੀਜ਼ ਕਿੱਥੇ ਪਈ ਤੇ ਮੈਂ ਟੱਕਰਾਂ ਮਾਰੀ ਜਾ ਰਿਹਾ, ਰਾਤ ਨੂੰ ਛੱਡੋ ਦਿਨ ਦੇ ਚਾਨਣੇ ਚ ਵੀ ਮੈਂ ਟੱਕਰਾਂ ਮਾਰੀ ਜਾ ਰਿਹਾ, ਤਾਂ ਫਿਰ ਮੈਂ ਤੇ ਅੰਨਾ ਹੈ ਹੀ ਆ ਨਾ। ਇਹੀ ਹਾਲਤ ਇਹ ਸਾਡੇ ਜੀਵਨ ਦੇ ਵਿੱਚ ਵੀ ਹੈ। ਇਹੀ ਹਾਲਤ ਸਾਡੇ ਨੇਤਰਾਂ ਦੀ ਸਾਡੇ ਜੀਵਨ ਦੇ ਵਿੱਚ ਹੀ ਹੈ ਕਿ ਜਿਹੜੀ ਚੀਜ਼ ਦੇਖਣੀ ਸੀ ਉਹ ਅਸੀਂ ਦੇਖੀ ਨਹੀਂ ਤੇ ਅੰਨੇ ਆ ਸੀ, ਜਿਹੜੀ ਚੀਜ਼ ਸੁਣਨੀ ਸੀ ਉਹ ਅਸੀਂ ਸੁਣੀ ਨਹੀਂ ਤਾਂ ਬੋਲੇ। ਸਤਿਗੁਰੂ ਕਹਿੰਦੇ ਹਨ ਕਿ ਜੀਵਨ ਦੇ ਵਿੱਚ ਤੂੰ ਕਰਨ ਕੀ ਆਇਆ ਹੈ, ਉਸ ਪ੍ਰਭੂ ਦੇ ਮਿਲਾਪ ਦਾ ਤੂੰ ਆਨੰਦ ਲੈਣਾ ਹੈ। ਨਾ ਤੇਰੇ ਅੱਖਾਂ ਇਹ ਕੰਮ ਕਰ ਰਹੀਆਂ ਹਨ, ਨਾ ਕੰਨ ਇਹ ਕੰਮ, ਨਾ ਸਰੀਰ ਦਾ ਕੋਈ ਹੋਰ ਹਿੱਸਾ ਇਹ ਕੰਮ ਕਰ ਰਿਹਾ ਹੈ, ਤਾਂ ਫਿਰ ਸਤਿਗੁਰੂ ਕਹਿੰਦੇ ਹਨ ਕਿ ਇਹ ਤਾਂ ਫਿਰ ਫਾਇਦਾ ਕੀ ਇਹਦਾ। ਤਾਂ ਇਹੀ ਇਹਨਾਂ ਦੋ ਜੋ ਪੌੜੀਆਂ ਹਨ ਉਹਨਾਂ ਦਾ ਮੈਸੇਜ ਹੈ ਕਿ ਅਸੀਂ ਜਦੋਂ ਤੱਕ ਸਤਿਗੁਰੂ ਦੀ ਸ਼ਰਨ ਦੇ ਵਿੱਚ ਜਾ ਕੇ ਆਪਣੇ ਸਰੀਰ ਤੋਂ ਉਹ ਕੰਮ ਨਹੀਂ ਲੈਣੇ ਸ਼ੁਰੂ ਕਰ ਦਿੰਦੇ ਜਿਹੜੇ ਕੰਮ ਕਰਨ ਲਈ ਅਸੀਂ ਇਸ ਜਗਤ ਦੇ ਵਿੱਚ ਆਏ ਹਾਂ। ਔਰ ਸਾਡਾ ਕੰਮ ਇੱਕੋ ਹੀ ਹੈ। ਰੋਜ਼ ਰਹਿਰਾਸ ਸਾਹਿਬ ਦੇ ਵਿੱਚ ਸਾਨੂੰ ਯਾਦ ਕਰਾਇਆ ਜਾਂਦਾ ਹੈ ਕਿ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਉਹ ਅਸੀਂ ਕੰਮ ਨਹੀਂ ਕਰ ਰਹੇ। ਤੇ ਫਿਰ ਜੇ ਉਹ ਕੰਮ ਨਹੀਂ ਕਰ ਰਹੇ ਤਾਂ ਫਿਰ ਇਹ ਸਾਡੇ ਜੋ ਇੰਦਰੀ ਹਨ, ਸਾਡੇ ਮੁੱਖ ਅੰਗ ਹਨ ਸਾਡੇ ਸਰੀਰ ਦੇ, ਇਹ ਅੰਨੇ ਹੀ ਹਨ, ਬੋਲੇ ਹੀ ਹਨ, ਗੁੰਗੇ ਹੀ ਹਨ, ਫਿਰ ਅਸੀਂ ਉਹ ਕੰਮ ਨਹੀਂ ਕਰ ਰਹੇ। ਹੁਣ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਹਨ ਇਹ ਇੱਕ ਤਰੀਕਾ ਹੈ। ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ, ਮੈਂ ਤੇ ਕਹਿ ਦਿਆਂਗਾ ਮੇਰਾ ਮਨ ਪਵਿੱਤਰ ਹੈ, ਪਰ ਇਸ ਗੱਲ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਜਦੋਂ ਮੈਨੂੰ ਕੋਈ ਪੁੱਛੇਗਾ ਤੇਰੀਆਂ ਅੱਖਾਂ ਪਵਿੱਤਰ ਨੇ ਜਾਂ ਤੂੰ ਕੰਨਾਂ ਨਾਲ ਕੀ ਸੁਣ ਰਿਹਾ, ਤੇਰੇ ਕੰਨ ਪਵਿੱਤਰ ਨੇ, ਤੂੰ ਰਸਨਾ ਦੇ ਨਾਲ ਕੀ ਬੋਲ ਰਿਹਾ, ਕੀ ਤੇਰੀ ਰਸਨਾ ਪਵਿੱਤਰ ਨੇ, ਤੇ ਫਿਰ ਮੈਂ ਇਹ ਪਖੰਡ ਨਹੀਂ ਕਰ ਸਕਦਾ, ਧੋਖਾ ਨਹੀਂ ਕਰ ਸਕਦਾ, ਦੁਨੀਆ ਨੂੰ ਬੇਵਕੂਫ ਨਹੀਂ ਬਣਾ ਸਕਦਾ। ਮੇਰਾ ਜੀਵਨ ਉੱਥੋਂ ਨਜ਼ਰ ਆ ਜਾਏਗਾ ਕਿ ਮੇਰਾ ਜੀਵਨ ਪਵਿੱਤਰ ਹੈ ਜਾਂ ਨਹੀਂ ਹੈ। ਸਤਿਗੁਰੂ ਜੀ ਨੇ ਇੰਦਰੀਆਂ ਦੀ ਗੱਲ ਸਾਨੂੰ ਇਸ ਕਰਕੇ ਸਮਝਾਈ ਹੈ, ਇਸ ਕਰਕੇ ਨਹੀਂ ਕਿ ਉਹ ਇੰਡੀਵਿਜੂਅਲੀ ਇੰਪੋਰਟੈਂਟ ਨੇ। ਅਸਲ ਗੱਲ ਤਾਂ ਮਨ ਦੀ ਹੀ ਹੈ। ਜਿਸ ਦਿਨ ਸਾਡਾ ਮਨ ਪਵਿੱਤਰ ਹੋ ਗਿਆ ਉਸ ਦਿਨ ਸਾਡੇ ਸਾਰੇ ਇੰਦਰੀ ਵੀ ਪਵਿੱਤਰ ਹੋ ਜਾਣਗੇ। ਤਾਂ ਸਤਿਗੁਰੂ ਜੀ ਨੇ ਇਹਦੇ ਵਿੱਚ ਸਾਨੂੰ ਅਸਲ ਦੇ ਵਿੱਚ ਸਾਨੂੰ ਜੋ ਇਹ ਕਿਹਾ ਕਿ ਮਨ ਤਨ ਹਰਿਆ ਹੋਆ ਤੱਕ ਪਹੁੰਚਣਾ ਹੈ, ਤਾਂ ਪੂਰੇ ਮਨ ਨੂੰ, ਸਾਰੇ ਇੰਦਰੀਆਂ ਨੂੰ, ਸਰੀਰ ਦੀਆਂ ਸਾਰੀਆਂ ਕਿਰਿਆਵਾਂ ਨੂੰ ਸਤਿਗੁਰੂ ਜੀ ਦੀ ਸਿੱਖਿਆ ਦੇ ਅਨੁਸਾਰ ਹੀ ਹੋ ਕੇ ਸਾਨੂੰ ਆਪਣਾ ਜੀਵਨ ਬਿਤਾਉਣਾ ਪਏਗਾ। ਫਿਰ ਆਨੰਦ ਦੀ ਪ੍ਰਾਪਤੀ ਹੋ ਸਕਦੀ ਹੈ, ਉਸ ਤੋਂ ਬਿਨਾਂ ਨਹੀਂ। ਇਹ ਮਤ ਸਮਝ ਲਈ ਕਿ ਤੂੰ ਇੰਨੇ ਪਾਠ ਕਰ ਲਏ, ਇੰਨੇ ਸਿਮਰਨ ਕਰ ਲਏ, ਇੰਨੀ ਤਪੱਸਿਆ ਕਰ ਲਈ, ਇੰਨੀਆਂ ਯਾਤਰਾਵਾਂ ਕਰ ਲਈਆਂ, ਹੋਰ ਅਨੇਕਾਂ ਜਿਹੜੇ ਅਸੀਂ ਧਾਰਮਿਕ ਕਰਨ ਸਮਝ ਲੈਂਦੇ ਆ ਉਹ ਕਰ ਲਏ, ਤੇ ਫਿਰ ਉਹਦੇ ਨਾਲ ਗੱਲ ਨਹੀਂ ਬਣਨੀ। ਗੱਲ ਜਦੋਂ ਤੱਕ ਸਾਡਾ ਪ੍ਰੈਕਟੀਕਲ ਜੀਵਨ ਇੱਕ ਪ੍ਰਭੂ ਦੇ ਪਿਆਰ ਵਾਲਾ ਜੀਵਨ ਨਹੀਂ ਬਣਦਾ, ਸਾਡੇ ਸਰੀਰ ਦੀ ਜੋ ਕੀਤੇ ਜਾ ਰਹੇ ਕੰਮ ਹਨ ਉਹਨਾਂ ਵਿੱਚੋਂ ਪ੍ਰਭੂ ਪਿਆਰ ਦੀ ਝਲਕ ਜਿਹੜੀ ਹੈ ਉਹ ਬਾਹਰ ਨਜ਼ਰ ਨਹੀਂ ਆਉਂਦੀ, ਉਦੋਂ ਤੱਕ ਆਨੰਦ ਦੀ ਪ੍ਰਾਪਤੀ ਦੀਆਂ ਗੱਲਾਂ ਕਰਨੀਆਂ, ਪ੍ਰਭੂ ਮਿਲਾਪ ਦੀਆਂ ਗੱਲਾਂ ਕਰਨੀਆਂ, ਇਹ ਆਪਣੇ ਆਪ ਨੂੰ ਵੀ ਧੋਖਾ ਦੇਣ ਵਾਲੀ ਗੱਲ ਹੈ ਤੇ ਜਗਤ ਨੂੰ ਵੀ ਧੋਖਾ ਦੇਣ ਵਾਲੀ ਗੱਲ ਹੈ। ਬਹੁਤ ਸਾਰੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਜੀ, ਖਿਮਾ ਕਰ ਦੇਣਾ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਜੀਤ ਸਿੰਘ ਜੀ, ਅੱਜ ਮੇਰੇ ਖਿਆਲ ਤੁਸੀਂ ਇੱਕੋ ਕਨੈਕਸ਼ਨ ਕੀਤਾ, ਦੂਸਰਾ ਵੀ ਕਰ ਲਓ, ਮੇਰੇ ਖਿਆਲ ਤਾਂ ਹੀ ਆਵਾਜ਼ ਠੀਕ ਆਏਗੀ।